ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰੇ ਦੋ ਭਾਈਆਂ ਦੀ ਇੱਕ ਦੁਲਹਨ। ਇਹ ਰਾਜ ਜਾਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ। ਬਹਾਰਪੁਰ ਦੀ ਇੱਕ ਸੱਚੀ ਕਹਾਣੀ। ਮੇਰਾ ਨਾਮ ਰੋਮਾ ਹੈ। ਮੈਂ ਆਪਣੇ ਮਾਤਾ-ਪਿਤਾ ਦੇ ਨਾਲ ਇੱਕ ਛੋਟੇ ਜਿਹੇ ਪਿੰਡ ਵਿੱਚ ਰਹਿੰਦੀ ਸੀ ਤੇ ਮੇਰਾ ਬਚਪਨ ਇੱਕ ਡਰਾਉਣੇ ਸੁਪਨੇ ਵਰਗਾ ਸੀ। ਮੇਰੀ ਕਿਸਮਤ ਨੇ ਮੇਰੇ ਨਾਲ ਇੱਕ ਅਜਿਹਾ ਖੇਲ ਖੇਲਿਆ ਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵਧਣ ਤੋਂ ਬਾਅਦ ਵੀ ਆਪਣੇ ਅਤੀਤ ਨੂੰ ਨਹੀਂ ਭੁੱਲ ਸਕਦੀ ਸੀ। ਮੇਰੇ ਮਾਤਾ-ਪਿਤਾ ਕਦੇ ਨਹੀਂ ਚਾਹੁੰਦੇ ਸੀ ਕਿ ਮੇਰੀ ਜ਼ਿੰਦਗੀ ਬਰਬਾਦ ਹੋ ਜਾਵੇ ਤੇ ਮੈਂ ਆਪਣੇ ਹੀ ਘਰ ਵਿੱਚ ਕੈਦੀ ਬਣ ਕੇ ਰਹਿ ਜਾਵਾਂ। ਇਸ ਲਈ ਮੇਰੀ ਮਾਂ ਨੇ ਸਾਰੇ ਲੋਕਾਂ ਤੋਂ ਛੁਪਾ ਕੇ ਮੇਰੀ ਭੂਆ ਦੇ ਘਰ ਭੇਜ ਦਿੱਤਾ ਸੀ। ਉਹਨਾਂ ਦੀ ਵੀ ਕੋਈ ਔਲਾਦ ਨਹੀਂ ਸੀ। ਇਸ ਲਈ ਮੇਰੀ ਭੂਆ ਨੇ ਤੇ ਮੇਰੇ ਫੁੱਫੜ ਨੇ ਮੈਨੂੰ ਸਕੀ ਔਲਾਦ ਤੋਂ ਵੀ ਵੱਧ ਕੇ ਸਮਝਿਆ। ਮੈਨੂੰ ਪੜ੍ਹਾਇਆ ਲਿਖਾਇਆ ਤੇ ਆਪਣੇ ਪੈਰਾਂ 'ਤੇ ਖੜਾ ਕੀਤਾ। ਹੁਣ ਮੈਂ ਸ਼ਹਿਰ ਵਿੱਚ ਇੱਕ ਕੰਪਨੀ ਵਿੱਚ ਜੌਬ ਕਰ ਰਹੀ ਸੀ। ਮੈਂ ਬਹੁਤ ਘੱਟ ਬੋਲਦੀ ਸੀ। ਮੈਨੂੰ ਲੋਕਾਂ ਨਾਲ ਜ਼ਿਆਦਾ ਘੁਲਣਾ ਮਿਲਣਾ ਪਸੰਦ ਨਹੀਂ ਸੀ। ਮੈਂ ਸਵੇਰ ਆਪਣੀ ਜੌਬ ਉੱਤੇ ਜਾਂਦੀ ਤੇ ਸ਼ਾਮ ਨੂੰ ਵਾਪਸ ਆ ਜਾਂਦੀ ਸੀ। ਘਰ ਵਾਪਸ ਆਉਣ ਤੋਂ ਬਾਅਦ ਮੇਰੀ ਭੂਆ ਮੈਨੂੰ ਖਾਣਾ ਖਵਾਉਂਦੀ ਤੇ ਮੇਰੇ ਲਈ ਚਾਹ ਬਣਾਉਂਦੀ ਸੀ। ਫਿਰ ਅਸੀਂ ਦੋਵੇਂ ਗੱਲਾਂ ਕਰਨ ਲੱਗਦੇ। ਗੱਲਾਂ ਕਰਦੇ ਕਰਦੇ ਕਦੋਂ ਸਮਾਂ ਨਿਕਲ ਜਾਂਦਾ ਸਾਨੂੰ ਪਤਾ ਹੀ ਨਾ ਚੱਲਦਾ। ਫਿਰ ਫੁੱਫੜ ਜੀ ਦੇ ਆਫਿਸ ਤੋਂ ਘਰ ਵਾਪਸ ਆਉਣ ਦਾ ਸਮਾਂ ਹੋ ਜਾਂਦਾ। ਉਹ ਵੀ ਜਦੋਂ ਆਫਿਸ ਤੋਂ ਘਰ ਵਾਪਸ ਆਉਂਦੇ ਤਾਂ ਮੇਰੇ ਲਈ ਕੁਝ ਨਾ ਕੁਝ ਜ਼ਰੂਰ ਲੈ ਕੇ ਆਉਂਦੇ। ਪਰ ਜਦੋਂ ਵੀ ਮੈਨੂੰ ਆਪਣੇ ਅਤੀਤ ਦੀ ਯਾਦ ਆਉਂਦੀ ਤਾਂ ਮੇਰੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਜਾਂਦੀ। ਲੇਕਿਨ ਭੂਆ ਤੇ ਫੁੱਫੜ ਦੇ ਪਿਆਰ ਨੇ ਮੈਨੂੰ ਆਪਣੇ ਅਤੀਤ ਨੂੰ ਭੁੱਲਣ ਲਈ ਮਜਬੂਰ ਕਰ ਦਿੱਤਾ ਸੀ। ਜਦੋਂ ਮੈਂ ਆਪਣੀ ਜ਼ਿੰਦਗੀ ਵਿੱਚ ਅੱਗੇ ਵਧਣ ਲੱਗੀ, ਇੱਕ ਦਿਨ ਸਾਡੀ ਕੰਪਨੀ ਵਿੱਚ ਇੱਕ ਨਵਾਂ ਮੈਨੇਜਰ ਆਇਆ। ਉਹ ਬਹੁਤ ਜ਼ਿਆਦਾ ਹੈਂਡਸਮ ਤੇ ਸਮਾਰਟ ਸੀ। ਆਫਿਸ ਦੀਆਂ ਸਾਰੀਆਂ ਕੁੜੀਆਂ ਉਸ ਦੇ ਅੱਗੇ ਪਿੱਛੇ ਘੁੰਮਦੀਆਂ ਰਹਿੰਦੀਆਂ ਸੀ, ਪਰ ਉਹ ਕਿਸੇ ਦੇ ਵੱਲ ਵੀ ਨਜ਼ਰ ਉਠਾ ਕੇ ਨਹੀਂ ਸੀ ਦੇਖਦਾ। ਇੱਕ ਦਿਨ ਮੈਨੂੰ ਕਿਸੇ ਕੰਮ ਲਈ ਉਸ ਮੈਨੇਜਰ ਦੇ ਕੈਬਿਨ ਵਿੱਚ ਜਾਣਾ ਪਿਆ। ਮੈਂ ਦਰਵਾਜ਼ਾ ਖੜਕਾਇਆ। ਉਹਨਾਂ ਨੇ ਕਿਹਾ, ਕੌਣ ਆ? ਅੰਦਰ ਆ ਜਾਓ ਪਲੀਜ਼। ਮੈਂ ਘਬਰਾ ਗਈ ਤੇ ਕਹਿਣ ਲੱਗੀ, ਸਰ, ਮੇਰਾ ਨਾਮ ਰੋਮਾ ਹੈ। ਤੁਸੀਂ ਮੈਨੂੰ ਇਹ ਫਾਈਲ ਦਿੱਤੀ ਸੀ, ਪਰ ਮੈਨੂੰ ਇਸ ਦਾ ਪਿਛਲਾ ਰਿਕਾਰਡ ਸਮਝ ਨਹੀਂ ਆ ਰਿਹਾ। ਕੀ ਤੁਸੀਂ ਮੇਰੀ ਹੈਲਪ ਕਰ ਦਿਓਗੇ? ਉਹਨਾਂ ਨੇ ਕਿਹਾ, ਜੀ ਬਿਲਕੁਲ, ਕਿਉਂ ਨਹੀਂ। ਮੈਂ ਤੁਹਾਨੂੰ ਸਭ ਕੁਝ ਸਮਝਾ ਦਿੰਦਾ ਹਾਂ। ਉਹ ਫਾਈਲ ਦੇਖ ਕੇ ਮੈਨੂੰ ਕੰਮ ਸਮਝਾਉਣ ਲੱਗੇ ਤੇ ਮੈਂ ਉਹਨਾਂ ਨੂੰ ਦੇਖਣ ਲੱਗੀ। ਮੇਰੀਆਂ ਨਜ਼ਰਾਂ ਉਹਨਾਂ ਦੇ ਉੱਪਰੋਂ ਹਟ ਨਹੀਂ ਸੀ ਰਹੀਆਂ। ਉਹ ਸੱਚਮੁੱਚ ਬਹੁਤ ਜ਼ਿਆਦਾ ਹੈਂਡਸਮ ਸੀ। ਐਨੀ ਦੇਰ ਵਿੱਚ ਉਹਨਾਂ ਨੇ ਚੁਟਕੀ ਵਜਾ ਕੇ ਮੈਨੂੰ ਕਿਹਾ, ਹੈਲੋ ਰੋਮਾ, ਤੁਸੀਂ ਕਿਸ ਦੇ ਖਿਆਲਾਂ ਵਿੱਚ ਗੁੰਮ ਹੋ ਗਏ? ਮੈਂ ਅਚਾਨਕ ਆਪਣੇ ਖਿਆਲਾਂ ਵਿੱਚੋਂ ਵਾਪਸ ਆਈ ਤੇ ਉਹਨਾਂ ਨੂੰ ਕਹਿਣ ਲੱਗੀ, ਜੀ ਸਰ, ਮੈਨੂੰ ਸਭ ਕੁਝ ਸਮਝ ਆ ਗਿਆ। ਤੁਸੀਂ ਫਿਕਰ ਨਾ ਕਰੋ, ਮੈਂ ਸਾਰਾ ਕੰਮ ਕੰਪਲੀਟ ਕਰ ਦੇਵਾਂਗੀ। ਮੇਰਾ ਦਿਲ ਤਾਂ ਉਸ ਦਿਨ ਤੋਂ ਹੀ ਮੈਨੇਜਰ ਵਿਕਰਮ ਦੀ ਮੁਹੱਬਤ ਵਿੱਚ ਡੁੱਬ ਗਿਆ ਸੀ। ਪਰ ਜਿਵੇਂ ਹੀ ਮੈਨੂੰ ਮੇਰੇ ਅਤੀਤ ਦੀ ਯਾਦ ਆਉਂਦੀ, ਮੈਂ ਡਰ ਜਾਂਦੀ ਸੀ। ਮੈਂ ਆਪਣੀ ਭੂਆ ਨਾਲ ਆਪਣੀ ਹਰ ਗੱਲ ਸ਼ੇਅਰ ਕਰਦੀ ਸੀ। ਉਹਨਾਂ ਤੋਂ ਇਲਾਵਾ ਮੇਰਾ ਹੋਰ ਕੋਈ ਨਹੀਂ ਸੀ। ਇਸ ਲਈ ਮੇਰੀ ਭੂਆ ਸਭ ਤੋਂ ਚੰਗੀ ਦੋਸਤ ਵੀ ਸੀ। ਜਦੋਂ ਮੈਂ ਉਹਨਾਂ ਨੂੰ ਸਭ ਕੁਝ ਦੱਸਿਆ ਤਾਂ ਉਹ ਮੈਨੂੰ ਸਮਝਾਉਣ ਲੱਗੀ ਕਿ ਹੁਣ ਤੇਰੀ ਜ਼ਿੰਦਗੀ ਇਹੀ ਆ। ਤੂੰ ਆਪਣੇ ਅਤੀਤ ਨੂੰ ਭੁੱਲ ਜਾ ਤੇ ਆਪਣੇ ਜੀਵਨ ਵਿੱਚ ਅੱਗੇ ਵਧ। ਪਰ ਮੇਰੇ ਕਦਮ ਲੜਖੜਾਉਣ ਲੱਗਦੇ ਸੀ। ਮੈਨੂੰ ਸਮਝ ਵੀ ਨਹੀਂ ਸੀ ਆ ਰਿਹਾ। ਇਸੇ ਤਰ੍ਹਾਂ ਦਿਨ ਗੁਜ਼ਰ ਰਹੇ ਸੀ। ਵਿਕਰਮ ਹੁਣ ਮੇਰੇ ਤੇ ਬਹੁਤ ਭਰੋਸਾ ਕਰਨ ਲੱਗੇ ਸੀ, ਕਿਉਂਕਿ ਮੈਂ ਆਪਣਾ ਕੰਮ ਬਹੁਤ ਇਮਾਨਦਾਰੀ ਨਾਲ ਕਰਦੀ ਸੀ। ਉਹ ਕੰਪਨੀ ਦੀ ਹਰ ਗੱਲ ਮੇਰੇ ਨਾਲ ਸ਼ੇਅਰ ਕਰਨ ਲੱਗੇ। ਇੱਕ ਦਿਨ ਮੈਂ ਉਹਨਾਂ ਦੇ ਕੈਬਿਨ ਦੀ ਤਰਫ ਜਾ ਰਹੀ ਸੀ। ਮੈਂ ਉਹਨਾਂ ਨੂੰ ਦੇਖ ਕੇ ਦੰਗ ਰਹਿ ਗਈ। ਉਹ ਸ਼ਾਇਦ ਕੁਝ ਸੋਚ ਰਹੇ ਸੀ ਤੇ ਦਿਲ ਹੀ ਦਿਲ ਵਿੱਚ ਮੁਸਕਰਾ ਰਹੇ ਸੀ। ਉਹਨਾਂ ਨੂੰ ਦੇਖ ਕੇ ਮੇਰੀ ਨਜ਼ਰ ਉਹਨਾਂ 'ਤੇ ਹੀ ਠਹਿਰ ਗਈ। ਮੈਂ ਵੀ ਮੁਸਕਰਾਉਣ ਲੱਗੀ ਤੇ ਸੋਚਣ ਲੱਗੀ ਕਿ ਕਾਸ਼ ਜਿਵੇਂ ਮੈਂ ਸੋਚ ਰਹੀ ਹਾਂ ਉਵੇਂ ਹੀ ਹੋਵੇ। ਜੋ ਮੇਰੇ ਦਿਲ ਵਿੱਚ ਹੈ ਉਹੀ ਉਹਨਾਂ ਦੇ ਦਿਲ ਵਿੱਚ ਵੀ ਹੋਵੇ। ਮੈਂ ਉੱਥੇ ਖੜੀ ਖੁਦ ਨਾਲ ਹੀ ਗੱਲਾਂ ਕਰ ਰਹੀ ਸੀ। ਅੱਜ ਭੂਆ ਦੇ ਕੁਝ ਖਾਸ ਮਹਿਮਾਨ ਆਉਣ ਵਾਲੇ ਸੀ। ਫੁੱਫੜ ਜੀ ਨੇ ਆਪਣੀ ਕੁਝ ਫਰੈਂਡਸ ਨੂੰ ਬੁਲਾਇਆ ਸੀ। ਇਸ ਵਜ੍ਹਾ ਕਰਕੇ ਮੈਂ ਵੀ ਅੱਜ ਆਫਿਸ ਤੋਂ ਜਲਦੀ ਘਰ ਆ ਗਈ ਸੀ।
ਮੈਂ ਆ ਕੇ ਦੇਖਿਆ ਤਾਂ ਮੇਰਾ ਮੋਬਾਈਲ ਨਹੀਂ ਸੀ। ਭੂਆ ਨੇ ਮੈਨੂੰ ਪੁੱਛਿਆ, ਕੀ ਹੋਇਆ, ਤੂੰ ਪਰੇਸ਼ਾਨ ਕਿਉਂ ਆ? ਮੈਂ ਉਹਨਾਂ ਨੂੰ ਦੱਸਿਆ ਕਿ ਮੇਰਾ ਮੋਬਾਈਲ ਨਹੀਂ ਦਿਖ ਰਿਹਾ। ਤਾਂ ਉਹ ਕਹਿਣ ਲੱਗੀ ਕਿ ਤੂੰ ਕਾਲ ਕਰਕੇ ਦੇਖ ਲਾ। ਮੈਂ ਘਰ ਦੇ ਨੰਬਰ ਤੋਂ ਕਾਲ ਕੀਤੀ ਤਾਂ ਮੇਰਾ ਫ਼ੋਨ ਕਿਸੇ ਨੇ ਉਠਾਇਆ। ਆਵਾਜ਼ ਸੁਣ ਕੇ ਦਿਲ ਖੁਸ਼ ਹੋ ਗਿਆ। ਮੈਂ ਕਿਹਾ, ਸਰ ਤੁਸੀਂ? ਵਿਕਰਮ ਨੇ ਦੱਸਿਆ ਕਿ ਮੈਂ ਆਪਣਾ ਮੋਬਾਈਲ ਜਲਦੀ ਵਿੱਚ ਉਹਨਾਂ ਦੇ ਕੈਬਿਨ ਵਿੱਚ ਛੱਡ ਗਈ ਸੀ। ਉਹ ਕਹਿਣ ਲੱਗੇ ਕਿ ਮੈਂ ਤੁਹਾਡਾ ਮੋਬਾਈਲ ਆਪਣੇ ਕੋਲ ਰੱਖ ਲਿਆ, ਤੁਸੀਂ ਕੱਲ੍ਹ ਆਫਿਸ ਵਿੱਚ ਆਓਗੇ ਤਾਂ ਲੈ ਲੈਣਾ। ਮੈਂ ਕਿਹਾ, ਠੀਕ ਹੈ ਸਰ, ਥੈਂਕ ਯੂ। ਉਹ ਕਹਿਣ ਲੱਗੇ, ਇਸ ਵਿੱਚ ਥੈਂਕ ਯੂ ਦੀ ਕੋਈ ਗੱਲ ਨਹੀਂ। ਮੈਂ ਆਫਿਸ ਵਿੱਚ ਆਪਣਾ ਮੋਬਾਈਲ ਲੈਣ ਸਰ ਦੇ ਕੈਬਿਨ ਵਿੱਚ ਚਲੀ ਗਈ ਤੇ ਉਹਨਾਂ ਨੇ ਮੇਰੇ ਹੱਥ ਵਿੱਚ ਮੋਬਾਈਲ ਦੇ ਨਾਲ ਇੱਕ ਲੈਟਰ ਵੀ ਦਿੱਤਾ। ਇਹ ਦੇਖ ਕੇ ਮੈਂ ਘਬਰਾ ਗਈ ਤੇ ਬਿਨਾਂ ਕੁਝ ਕਹੇ ਜਲਦੀ ਨਾਲ ਉਹਨਾਂ ਦੇ ਕੈਬਿਨ ਤੋਂ ਬਾਹਰ ਆ ਗਈ। ਬਾਹਰ ਆਉਣ ਤੋਂ ਬਾਅਦ ਮੈਂ ਆਪਣੇ ਕੰਮ ਵਿੱਚ ਲੱਗ ਗਈ ਤੇ ਸੋਚਣ ਲੱਗੀ ਕਿ ਪਤਾ ਨਹੀਂ ਉਸ ਲੈਟਰ ਵਿੱਚ ਕੀ ਆ ਜੋ ਉਹਨਾਂ ਨੇ ਮੈਨੂੰ ਦਿੱਤਾ ਹੈ। ਜਿਵੇਂ ਤਿਵੇਂ ਸ਼ਾਮ ਹੋਈ, ਮੈਂ ਆਫਿਸ ਤੋਂ ਘਰ ਆਈ ਤਾਂ ਮੈਂ ਕਮਰੇ ਵਿੱਚ ਜਾ ਕੇ ਉਹ ਲੈਟਰ ਪੜ੍ਹਿਆ। ਉਸ ਨੂੰ ਪੜ੍ਹਨ ਤੋਂ ਬਾਅਦ ਤਾਂ ਮੇਰੇ ਪਸੀਨੇ ਛੁੱਟਣ ਲੱਗੇ। ਮੈਂ ਬਹੁਤ ਘਬਰਾ ਗਈ ਸੀ। ਉਸ ਲੈਟਰ ਵਿੱਚ ਤਾਂ ਵਿਕਰਮ ਨੇ ਆਪਣੀ ਮੁਹੱਬਤ ਦਾ ਇਜ਼ਹਾਰ ਕੀਤਾ ਸੀ। ਇੱਕ ਤਰਫ ਮੈਨੂੰ ਖੁਸ਼ੀ ਹੋ ਰਹੀ ਸੀ ਕਿ ਜਿਵੇਂ ਮੈਂ ਸੋਚਿਆ ਸੀ ਉਵੇਂ ਹੋ ਰਿਹਾ, ਵਿਕਰਮ ਵੀ ਮੈਨੂੰ ਪਸੰਦ ਕਰਦੇ ਨੇ। ਦੂਜੀ ਤਰਫ ਮੈਨੂੰ ਆਪਣੇ ਅਤੀਤ ਦਾ ਵੀ ਡਰ ਸੀ। ਐਨੇ ਵਿੱਚ ਭੂਆ ਉੱਥੇ ਆ ਗਈ ਤੇ ਉਹਨੇ ਮੇਰੇ ਚਿਹਰੇ 'ਤੇ ਪਰੇਸ਼ਾਨੀ ਦੇਖ ਲਈ। ਮੈਨੂੰ ਪੁੱਛਣ ਲੱਗੀ, ਰੋਮਾ ਕੀ ਹੋਇਆ ਤੇ ਕੁਝ ਦਿਨਾਂ ਤੋਂ ਪਰੇਸ਼ਾਨ ਲੱਗ ਰਹੀ ਆ। ਮੈਂ ਉਹਨਾਂ ਨੂੰ ਦੱਸਿਆ ਕਿ ਵਿਕਰਮ ਨੇ ਮੈਨੂੰ ਵਿਆਹ ਲਈ ਪ੍ਰਪੋਜ਼ ਕੀਤਾ ਹੈ। ਤਾਂ ਉਹ ਹੱਸਣ ਲੱਗੀ ਤੇ ਕਹਿਣ ਲੱਗੀ, ਐਨੀ ਜਿਹੀ ਗੱਲ ਹੈ, ਤੂੰ ਘਬਰਾ ਕਿਉਂ ਰਹੀ ਆ? ਮੈਂ ਆਪਣੀ ਲੜਖੜਾਉਂਦੀ ਹੋਈ ਜ਼ੁਬਾਨ ਵਿੱਚ ਕਿਹਾ, ਤੁਹਾਨੂੰ ਤਾਂ ਪਤਾ ਹੈ ਕਿ ਮੈਂ ਵਿਆਹ ਕਿਵੇਂ? ਉਹਨਾਂ ਨੇ ਮੇਰੀ ਗੱਲ ਵਿੱਚੋਂ ਹੀ ਕੱਟ ਦਿੱਤੀ ਤੇ ਕਹਿਣ ਲੱਗੀ, ਰੱਬ ਨੇ ਤੇਰੀ ਕਿਸਮਤ ਖੋਲ੍ਹ ਦਿੱਤੀ। ਐਨੇ ਚੰਗੇ ਮੁੰਡੇ ਦਾ ਰਿਸ਼ਤਾ ਤੇਰੇ ਕੋਲ ਆਇਆ ਤੇ ਤੂੰ ਇਨਕਾਰ ਕਰ ਰਹੀ ਆ। ਮੈਂ ਤੇਰੇ ਫੁੱਫੜ ਜੀ ਨਾਲ ਗੱਲ ਕਰਾਂਗੀ, ਉਹ ਜ਼ਰੂਰ ਇਸ ਰਿਸ਼ਤੇ ਲਈ ਮੰਨ ਜਾਣਗੇ। ਇਹ ਕਹਿ ਕੇ ਉੱਥੋਂ ਚਲੀ ਗਈ। ਪਰ ਮੈਨੂੰ ਕੁਝ ਨਹੀਂ ਸੀ ਸਮਝ ਆ ਰਿਹਾ। ਇੱਕ ਤਰਫ ਤਾਂ ਮੈਂ ਖੁਦ ਇਸ ਗੱਲ ਦਾ ਇਜ਼ਹਾਰ ਕਰ ਰਹੀ ਸੀ ਕਿ ਵਿਕਰਮ ਵੀ ਮੈਨੂੰ ਪਸੰਦ ਕਰਦਾ ਹੋਵੇ, ਤੇ ਹੁਣ ਜਦੋਂ ਸਭ ਕੁਝ ਮੇਰੀ ਸੋਚ ਦੇ ਅਨੁਸਾਰ ਹੋ ਰਿਹਾ ਸੀ ਤਾਂ ਮੇਰਾ ਦਿਲ ਮੰਨਣ ਨੂੰ ਤਿਆਰ ਨਹੀਂ ਸੀ। ਕੁਝ ਦਿਨਾਂ ਬਾਅਦ ਵਿਕਰਮ ਮੇਰਾ ਹੱਥ ਮੰਗਣ ਮੇਰੇ ਘਰ ਆਇਆ। ਉਹਨਾਂ ਨੇ ਖੁਦ ਫੁੱਫੜ ਜੀ ਨਾਲ ਸਾਡੇ ਵਿਆਹ ਦੀ ਗੱਲ ਕੀਤੀ ਤੇ ਕਹਿਣ ਲੱਗੇ ਕਿ ਮੈਂ ਬਹੁਤ ਸ਼ਰਮਿੰਦਾ ਹਾਂ ਕਿ ਮੈਨੂੰ ਖੁਦ ਆਪਣੇ ਵਿਆਹ ਦੀ ਗੱਲ ਕਰਨ ਲਈ ਆਉਣਾ ਪਿਆ, ਪਰ ਮੈਂ ਮਜਬੂਰ ਹਾਂ ਕਿਉਂਕਿ ਮੇਰੇ ਮਾਤਾ-ਪਿਤਾ ਇੱਥੇ ਨਹੀਂ ਰਹਿੰਦੇ। ਭੂਆ ਤੇ ਫੁੱਫੜ ਜੀ ਨੂੰ ਤਾਂ ਵਿਕਰਮ ਇੰਨਾ ਪਸੰਦ ਆਇਆ ਕਿ ਉਹਨਾਂ ਨੇ ਫੌਰਨ ਵਿਆਹ ਲਈ ਹਾਂ ਕਰ ਦਿੱਤੀ, ਪਰ ਮੇਰੇ ਦਿਲ ਵਿੱਚ ਹਜੇ ਵੀ ਕਿਤੇ ਨਾ ਕਿਤੇ ਡਰ ਲੁਕਿਆ ਹੋਇਆ ਸੀ। ਇਸ ਵਜ੍ਹਾ ਕਰਕੇ ਮੈਂ ਵਿਆਹ ਲਈ ਮਨਾ ਕਰ ਦਿੱਤਾ। ਮੈਨੂੰ ਸਮਝਾਇਆ ਤੇ ਇਸ ਰਿਸ਼ਤੇ ਲਈ ਤਿਆਰ ਕਰ ਲਿਆ। ਹੁਣ ਘਰ ਵਿੱਚ ਵਿਆਹ ਦੀਆਂ ਸ਼ਹਿਨਾਈਆਂ ਵੱਜ ਰਹੀਆਂ ਸੀ, ਪਰ ਮੇਰਾ ਦਿਲ ਕੰਬ ਰਿਹਾ ਸੀ। ਮੈਂ ਸੋਚ ਰਹੀ ਸੀ ਕਿ ਕਿਤੇ ਮੇਰਾ ਅਤੀਤ ਵਿਕਰਮ ਦੇ ਸਾਹਮਣੇ ਆ ਗਿਆ ਤਾਂ। ਖੈਰ, ਮੈਂ ਵੀ ਵਿਆਹ ਦੀ ਹਲਚਲ ਵਿੱਚ ਖੋ ਗਈ ਤੇ ਆਪਣੀ ਮੁਹੱਬਤ ਨੂੰ ਆਪਣੀ ਕਿਸਮਤ ਵਿੱਚ ਲਿਖਾ ਦੇਖ ਕੇ ਸਭ ਕੁਝ ਭੁੱਲ ਗਈ। ਵਿਕਰਮ ਦੀ ਮੁਹੱਬਤ ਨੇ ਮੇਰੇ ਅਤੀਤ ਨੂੰ ਭੁਲਾ ਦਿੱਤਾ ਸੀ। ਸਾਡੇ ਵਿਆਹ ਦੀ ਤਰੀਕ ਤੈਅ ਹੋ ਗਈ। ਮੇਰੇ ਤੇ ਵਿਕਰਮ ਦਾ ਇਸ ਤਰ੍ਹਾਂ ਅਚਾਨਕ ਵਿਆਹ ਹੋ ਜਾਵੇਗਾ, ਮੈਂ ਕਦੇ ਸੋਚਿਆ ਵੀ ਨਹੀਂ ਸੀ। ਦੇਖਦੇ ਹੀ ਦੇਖਦੇ ਵਿਕਰਮ ਦੇ ਨਾਲ ਉਸ ਦੇ ਘਰ ਚਲੀ ਗਈ। ਸਭ ਕੁਝ ਮੇਰੇ ਸੁਪਨੇ ਵਰਗਾ ਸੀ। ਐਨੇ ਵੱਡੇ ਘਰ ਦੀ ਮੈਂ ਇਕੱਲੀ ਮਾਲਕਣ ਸੀ। ਘਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਮੇਰੇ ਉੱਤੇ ਸੀ। ਹੁਣ ਮੈਂ ਵਿਕਰਮ ਦੇ ਘਰ ਨੂੰ ਸਾਂਭਣਾ ਸੀ। ਵਿਕਰਮ ਵੀ ਮੇਰੇ ਉੱਤੇ ਅੱਖਾਂ ਬੰਦ ਕਰਕੇ ਭਰੋਸਾ ਕਰਦੇ ਸੀ। ਵਿਆਹ ਦੀ ਰਾਤ ਮੈਂ ਵਿਕਰਮ ਤੋਂ ਇੱਕ ਵਾਅਦਾ ਲਿਆ ਸੀ ਤੇ ਵਿਕਰਮ ਨੇ ਵੀ ਆਪਣੀ ਸੱਚੀ ਮੁਹੱਬਤ ਦੇ ਨਾਲ ਆਖਰੀ ਹੱਦ ਤੱਕ ਇਸ ਵਾਅਦੇ ਨੂੰ ਨਿਭਾਇਆ। ਮੈਂ ਸੋਚ ਵੀ ਨਹੀਂ ਸੀ ਸਕਦੀ ਕਿ ਮੇਰੀ ਜ਼ਿੰਦਗੀ ਵਿੱਚ ਇੱਕ ਅਜਿਹਾ ਮੋੜ ਆਵੇਗਾ ਕਿ ਵਿਕਰਮ ਤੇ ਮੇਰੀ ਮੁਹੱਬਤ ਕਮਜ਼ੋਰ ਪੈ ਜਾਵੇਗੀ। ਮੈਂ ਆਪਣੀ ਜ਼ਿੰਦਗੀ ਵਿੱਚ ਬਹੁਤ ਖੁਸ਼ ਸੀ। ਇੱਕ ਰਾਤ ਜਦੋਂ ਅਸੀਂ ਖਾਣਾ ਖਾ ਰਹੇ ਸੀ ਤਾਂ ਵਿਕਰਮ ਨੇ ਮੈਨੂੰ ਕਿਹਾ, ਰੋਮਾ, ਕੰਪਨੀ ਦੀ ਤਰਫ ਤੋਂ ਮੈਨੂੰ 2 ਮਹੀਨਿਆਂ ਦੀ ਛੁੱਟੀ ਮਿਲੀ ਆ। ਅਸੀਂ ਕਿਤੇ ਘੁੰਮਣ ਚੱਲਦੇ ਹਾਂ। ਦੱਸ ਤੂੰ ਕਿੱਥੇ ਜਾਣਾ ਪਸੰਦ ਕਰੇਂਗੀ? ਇਹ ਗੱਲ ਸੁਣ ਕੇ ਮੈਨੂੰ ਬਹੁਤ ਖੁਸ਼ੀ ਹੋਈ। ਮੈਂ ਕਿਹਾ, ਵਿਕਰਮ, ਕੀ ਤੁਸੀਂ ਸੱਚ ਕਹਿ ਰਹੇ ਹੋ? ਉਸਨੇ ਕਿਹਾ, ਹਾਂ ਹਾਂ ਬਿਲਕੁਲ। ਮੈਂ ਕਿਹਾ, ਠੀਕ ਆ, ਫਿਰ ਅਸੀਂ ਤੁਹਾਡੇ ਮਾਤਾ ਪਿਤਾ ਕੋਲ ਚੱਲਦੇ ਹਾਂ।
ਮੈਂ ਅੱਜ ਤੱਕ ਉਹਨਾਂ ਨੂੰ ਨਹੀਂ ਮਿਲੀ। ਇਹ ਗੱਲ ਸੁਣ ਕੇ ਵਿਕਰਮ ਬਹੁਤ ਜ਼ਿਆਦਾ ਖੁਸ਼ ਹੋਏ ਤੇ ਕਹਿਣ ਲੱਗੇ ਕਿ ਤੂੰ ਮੇਰਾ ਦਿਲ ਜਿੱਤ ਲਿਆ। ਉਹਨਾਂ ਨੇ ਮੈਨੂੰ ਦੱਸਿਆ ਕਿ ਉਹ ਪਿੰਡ ਵਿੱਚ ਰਹਿੰਦੇ ਨੇ। ਉਹ ਬਹੁਤ ਚੰਗੇ ਨੇ। ਮੈਨੂੰ ਪੜ੍ਹਨ ਲਿਖਣ ਦਾ ਬਹੁਤ ਸ਼ੌਂਕ ਸੀ, ਇਸ ਲਈ ਉਹਨਾਂ ਨੇ ਬਚਪਨ ਵਿੱਚ ਮੈਨੂੰ ਪੜ੍ਹਨ ਲਈ ਸ਼ਹਿਰ ਭੇਜ ਦਿੱਤਾ ਸੀ। ਮੈਨੂੰ ਵੀ ਬਹੁਤ ਸਮਾਂ ਹੋ ਗਿਆ ਉਹਨਾਂ ਨੂੰ ਮਿਲੇ ਹੋਏ, ਪਰ ਮੇਰੀ ਉਹਨਾਂ ਨਾਲ ਫ਼ੋਨ 'ਤੇ ਗੱਲ ਹੁੰਦੀ ਰਹਿੰਦੀ ਆ। ਸਾਡੇ ਵਿਆਹ ਬਾਰੇ ਵਿੱਚ ਵੀ ਉਹਨਾਂ ਨੂੰ ਫ਼ੋਨ 'ਤੇ ਹੀ ਦੱਸਿਆ ਸੀ। ਉਹ ਸੁਣ ਕੇ ਬਹੁਤ ਖੁਸ਼ ਹੋਏ ਤੇ ਹੁਣ ਉਹ ਸਾਨੂੰ ਦੋਵਾਂ ਨੂੰ ਦੇਖ ਕੇ ਬਹੁਤ ਖੁਸ਼ ਹੋਣਗੇ। ਮੈਂ ਪੈਕਿੰਗ ਕਰਨੀ ਸ਼ੁਰੂ ਕਰ ਦਿੱਤੀ ਤੇ ਵਿਕਰਮ ਨੇ ਟ੍ਰੇਨ ਦੀ ਟਿਕਟ ਕਰਾ ਲਈ। ਅਗਲੇ ਦਿਨ ਜਦੋਂ ਮੈਂ ਉੱਠੀ ਤਾਂ ਕਿਸੇ ਨੇ ਦਰਵਾਜ਼ਾ ਖੜਕਾਇਆ, ਤਾਂ ਮੈਂ ਜਾ ਕੇ ਦਰਵਾਜ਼ਾ ਖੋਲ੍ਹਿਆ ਤਾਂ ਬਾਹਰ ਇੱਕ ਆਦਮੀ ਖੜ੍ਹਾ ਸੀ। ਉਸ ਨੇ ਮੈਨੂੰ ਕਿਹਾ ਕਿ ਇਹ ਟਿਕਟ ਹੈ, ਵਿਕਰਮ ਸਰ ਨੇ ਭੇਜੀ ਆ। ਮੈਂ ਉਸ ਤੋਂ ਟਿਕਟ ਲੈ ਲਈ ਤੇ ਅੰਦਰ ਆ ਗਈ। ਜਦ ਮੈਂ ਉਹ ਟਿਕਟ ਦੇਖੀ ਤਾਂ ਮੇਰੀਆਂ ਅੱਖਾਂ ਫਟੀਆਂ ਦੀਆਂ ਫਟੀਆਂ ਰਹਿ ਗਈਆਂ। ਮੈਂ ਬਹੁਤ ਜ਼ਿਆਦਾ ਘਬਰਾਉਣ ਲੱਗੀ। ਇੰਨੀ ਦੇਰ ਵਿੱਚ ਵਿਕਰਮ ਆ ਗਏ। ਉਹ ਮੈਨੂੰ ਦੇਖ ਕੇ ਬੋਲੇ ਕਿ ਰੋਮਾ ਕਿੱਥੇ ਗੁੰਮ ਹੋ ਗਈ, ਸਭ ਠੀਕ ਤਾਂ ਹੈ? ਮੈਂ ਉਹਨਾਂ ਨੂੰ ਕਿਹਾ ਕਿ ਹਾਂ, ਸਭ ਠੀਕ ਹੈ। ਮੈਂ ਆਪਣੇ ਚਿਹਰੇ ਤੋਂ ਪਸੀਨਾ ਸਾਫ਼ ਕਰਦੇ ਹੋਏ ਉਹਨਾਂ ਨੂੰ ਬੋਲੀ ਕਿ ਵਿਕਰਮ, ਅਸੀਂ ਕੁਝ ਦਿਨਾਂ ਬਾਅਦ ਨਹੀਂ ਚੱਲ ਸਕਦੇ। ਹਜੇ ਮੇਰੀ ਤਬੀਅਤ ਕੁਝ ਠੀਕ ਨਹੀਂ ਲੱਗ ਰਹੀ। ਵਿਕਰਮ ਮੇਰੇ ਲਈ ਪਰੇਸ਼ਾਨ ਹੋ ਗਏ। ਮੈਨੂੰ ਕਹਿਣ ਲੱਗੇ ਚਲੋ ਅਸੀਂ ਡਾਕਟਰ ਕੋਲ ਚੱਲਦੇ ਹਾਂ। ਮੈਂ ਕਿਹਾ ਬਸ ਥੋੜ੍ਹੀ ਜਿਹੀ ਥਕਾਨ ਮਹਿਸੂਸ ਹੋ ਰਹੀ ਆ, ਆਰਾਮ ਕਰ ਲਵਾਂਗੀ ਤਾਂ ਠੀਕ ਹੋ ਜਾਵਾਂਗੀ। ਵਿਕਰਮ ਨੇ ਮੇਰੇ ਲਈ ਚਾਹ ਬਣਾਈ ਤੇ ਮੈਨੂੰ ਦਵਾਈ ਦਿੱਤੀ। ਮੈਂ ਆਪਣੇ ਕਮਰੇ ਵਿੱਚ ਜਾ ਕੇ ਆਰਾਮ ਕਰਨ ਲੱਗੀ। ਮੈਂ ਸੋਚ ਵਿੱਚ ਪੈ ਗਈ ਸੀ ਤੇ ਮੇਰੇ ਦਿਮਾਗ ਵਿੱਚ ਹਜ਼ਾਰਾਂ ਸਵਾਲ ਚੱਲ ਰਹੇ ਸੀ। ਮੈਂ ਭੂਆ ਦਾ ਨੰਬਰ ਲਗਾਇਆ ਤਾਂ ਭੂਆ ਦਾ ਨੰਬਰ ਵੀ ਨਹੀਂ ਸੀ ਲੱਗ ਰਿਹਾ। ਮੈਂ ਹੁਣ ਸੋਚ ਰਹੀ ਸੀ ਕਿ ਵਿਕਰਮ ਨੂੰ ਕਿਵੇਂ ਮਨਾ ਕਰਾਂਗੀ। ਆਖਿਰ ਮੈਂ ਹੀ ਉਹਨਾਂ ਨੂੰ ਕਿਹਾ ਸੀ ਕਿ ਅਸੀਂ ਤੁਹਾਡੇ ਮਾਤਾ-ਪਿਤਾ ਨੂੰ ਮਿਲਣ ਚੱਲਦੇ ਹਾਂ। ਫਿਰ ਮੈਂ ਸੋਚਿਆ ਕੀ ਹੋ ਸਕਦਾ ਹੈ, ਜਿਵੇਂ ਮੈਂ ਸੋਚ ਰਹੀ ਹਾਂ ਉਵੇਂ ਕੁਝ ਹੋਵੇ ਹੀ ਨਾ, ਇਹ ਸਭ ਮੇਰਾ ਵਹਿਮ ਹੋਵੇ। ਮੈਂ ਜਾਣ ਦੇ ਲਈ ਪੈਕਿੰਗ ਸ਼ੁਰੂ ਕਰ ਦਿੱਤੀ। ਵਿਕਰਮ ਬਹੁਤ ਜ਼ਿਆਦਾ ਖੁਸ਼ ਸੀ, ਪਰ ਮੇਰਾ ਦਿਲ ਪੂਰੇ ਰਸਤੇ ਪਰੇਸ਼ਾਨ ਰਿਹਾ। ਕੁਝ ਸਮਝ ਨਹੀਂ ਸੀ ਆ ਰਿਹਾ। ਮੈਂ ਵਿਕਰਮ ਨੂੰ ਕਿਵੇਂ ਦੱਸਾਂ ਟ੍ਰੇਨ ਦਾ ਇਹ ਸਫ਼ਰ ਮੈਨੂੰ ਕਿਸ ਮੰਜ਼ਿਲ ਤੱਕ ਲੈ ਜਾਵੇਗਾ। ਮੈਨੂੰ ਨਹੀਂ ਸੀ ਪਤਾ। ਮੈਂ ਨਹੀਂ ਜਾਣਦੀ ਸੀ ਇਹ ਸਫ਼ਰ ਕਿੱਥੇ ਖਤਮ ਹੋਵੇਗਾ। ਜਿਵੇਂ ਹੀ ਟ੍ਰੇਨ ਰੁਕੀ ਅਸੀਂ ਟ੍ਰੇਨ 'ਚੋਂ ਉਤਰੇ। ਮੇਰੀਆਂ ਅੱਖਾਂ ਦੇ ਸਾਹਮਣੇ ਹਨੇਰਾ ਛਾ ਗਿਆ ਤੇ ਮੈਨੂੰ ਚੱਕਰ ਆਉਣ ਲੱਗੇ। ਵਿਕਰਮ ਨੇ ਮੈਨੂੰ ਸੰਭਾਲਿਆ ਤੇ ਉੱਥੇ ਹੀ ਸਟੇਸ਼ਨ ਉੱਤੇ ਬਿਠਾ ਦਿੱਤਾ। ਉਹਨਾਂ ਨੇ ਮੈਨੂੰ ਜੂਸ ਪਿਲਾਇਆ ਤੇ ਕਹਿਣ ਲੱਗੇ ਕਿ ਤੇਰੀ ਸੱਚਮੁੱਚ ਤਬੀਅਤ ਠੀਕ ਨਹੀਂ ਆ। ਮੈਨੂੰ ਤੇਰੀ ਗੱਲ ਮੰਨ ਲੈਣੀ ਚਾਹੀਦੀ ਸੀ ਤੇ ਕੁਝ ਦਿਨ ਰੁਕ ਕੇ ਆ ਜਾਣਾ ਚਾਹੀਦਾ ਸੀ, ਪਰ ਫਿਰ ਮੈਨੂੰ ਛੁੱਟੀ ਨਹੀਂ ਸੀ ਮਿਲਣੀ। ਮੈਂ ਕਿਹਾ ਅਜਿਹੀ ਕੋਈ ਗੱਲ ਨਹੀਂ, ਮੈਂ ਠੀਕ ਹਾਂ। ਮੈਂ ਬਹੁਤ ਮੁਸ਼ਕਿਲ ਨਾਲ ਖੁਦ ਨੂੰ ਸੰਭਾਲਿਆ ਤੇ ਮੈਂ ਤੇ ਵਿਕਰਮ ਸਟੇਸ਼ਨ ਤੋਂ ਪਿੰਡ ਵੱਲ ਚੱਲ ਪਏ। ਮੇਰਾ ਦਿਲ ਜ਼ੋਰ-ਜ਼ੋਰ ਧੜਕ ਰਿਹਾ ਸੀ, ਜਿਵੇਂ ਮੇਰੇ ਕਦਮਾਂ ਅੱਗੇ ਵਧਣ ਲਈ ਤਿਆਰ ਨਹੀਂ ਸੀ ਹੋ ਰਹੇ। ਮੇਰਾ ਦਿਲ ਬਹੁਤ ਬੇਚੈਨ ਹੋ ਰਿਹਾ ਸੀ। ਅਸੀਂ ਜਿਵੇਂ ਹੀ ਉਹਨਾਂ ਦੇ ਦਰਵਾਜ਼ੇ 'ਤੇ ਪਹੁੰਚੇ, ਡਰ ਦੀ ਵਜ੍ਹਾ ਨਾਲ ਮੇਰੇ ਪਸੀਨੇ ਛੁੱਟਣੇ ਲੱਗੇ। ਪਤਾ ਨਹੀਂ ਮੇਰੀ ਕਿਸਮਤ ਮੇਰੇ ਨਾਲ ਕੀ ਖੇਲ ਖੇਲ ਰਹੀ ਸੀ। ਮੈਨੂੰ ਸਮਝ ਨਹੀਂ ਸੀ ਆ ਰਿਹਾ। ਜਿਵੇਂ ਹੀ ਘਰ ਦਾ ਦਰਵਾਜ਼ਾ ਖੁੱਲ੍ਹਿਆ, ਮੇਰੇ ਰੌਂਗਟੇ ਖੜ੍ਹੇ ਹੋ ਗਏ। ਅੰਦਰ ਇੱਕ ਬੁੱਢਾ ਆਦਮੀ ਸੀ। ਮੈਂ ਜਲਦੀ ਨਾਲ ਆਪਣਾ ਚਿਹਰਾ ਕਵਰ ਕਰ ਲਿਆ। ਖੰਘਣ ਦਾ ਨਾਟਕ ਕਰਨ ਲੱਗੀ। ਵਿਕਰਮ ਨੇ ਮੈਨੂੰ ਪੁੱਛਿਆ ਕੀ ਹੋਇਆ। ਮੈਂ ਕਿਹਾ ਕੁਝ ਨਹੀਂ। ਅਸਲ ਵਿੱਚ ਮੈਨੂੰ ਬਚਪਨ ਤੋਂ ਹੀ ਧੂੜ ਮਿੱਟੀ ਤੋਂ ਐਲਰਜੀ ਆ। ਇੱਥੇ ਪਿੰਡ ਵਿੱਚ ਧੂੜ ਮਿੱਟੀ ਬਹੁਤ ਜ਼ਿਆਦਾ, ਇਸ ਲਈ ਮੈਨੂੰ ਇੱਥੇ ਆਪਣਾ ਫੇਸ ਕਵਰ ਕਰਕੇ ਰੱਖਣਾ ਪਵੇਗਾ। ਵਿਕਰਮ ਬੋਲੇ ਚਲੋ ਠੀਕ ਆ, ਅੰਦਰ ਆ ਜਾਓ। ਵਿਕਰਮ ਆਪਣੇ ਮਾਤਾ-ਪਿਤਾ ਨੂੰ ਮਿਲ ਕੇ ਖੁਸ਼ ਸੀ। ਉਹਨਾਂ ਨੇ ਉਸ ਨੂੰ ਗਲੇ ਲਗਾਇਆ ਤੇ ਪਿਆਰ ਕਰਨ ਲੱਗੇ। ਅੰਦਰ ਇੱਕ ਬੁੱਢੀ ਔਰਤ ਸੀ ਜੋ ਕਿ ਵਿਕਰਮ ਦੀ ਮਾਂ ਸੀ। ਉਹਨਾਂ ਨੂੰ ਦੇਖ ਕੇ ਵੀ ਮੈਂ ਦੰਗ ਰਹਿ ਗਈ। ਮੈਂ ਆਪਣਾ ਫੇਸ ਚੰਗੀ ਤਰ੍ਹਾਂ ਢੱਕ ਲਿਆ। ਵਿਕਰਮ ਨੇ ਸਭ ਨੂੰ ਮੇਰੀ ਐਲਰਜੀ ਬਾਰੇ ਦੱਸ ਦਿੱਤਾ। ਵਿਕਰਮ ਦੀ ਭੈਣ ਮੈਨੂੰ ਘੂਰ-ਘੂਰ ਕੇ ਦੇਖ ਰਹੀ ਸੀ। ਮੈਨੂੰ ਅਜੀਬ ਤਰੀਕੇ ਨਾਲ ਕਹਿਣ ਲੱਗੀ ਕਿ ਲੱਗਦਾ ਭਾਬੀ ਤਾਂ ਬਹੁਤ ਜ਼ਿਆਦਾ ਖੂਬਸੂਰਤ ਹੈ, ਇਸ ਵਜ੍ਹਾ ਨਾਲ ਉਹ ਸਾਨੂੰ ਆਪਣਾ ਚਿਹਰਾ ਨਹੀਂ ਦਿਖਾਉਣਾ ਚਾਹੁੰਦੀ। ਇਸ ਗੱਲ ਉੱਤੇ ਸਾਰੇ ਹੱਸਣ ਲੱਗੇ। ਫਿਰ ਉਹ ਕਹਿਣ ਲੱਗੀ ਕਿ ਮੈਂ ਤਾਂ ਮਜ਼ਾਕ ਕਰ ਰਹੀ ਸੀ। ਫਿਰ ਅਸੀਂ ਸਾਰੇ ਲੋਕਾਂ ਨੇ ਮਿਲ ਕੇ ਖਾਣਾ ਖਾਧਾ। ਵਿਕਰਮ ਵੀ ਸਾਲਾਂ ਬਾਅਦ ਆਪਣੇ ਪਰਿਵਾਰ ਨਾਲ ਮਿਲ ਕੇ ਬਹੁਤ ਖੁਸ਼ ਹੋ ਰਹੀ ਸੀ, ਪਰ ਮੈਂ ਘਬਰਾਈ ਤੇ ਸਹਿਮੀ ਹੋਈ ਬੈਠੀ ਸੀ।
ਖਾਣੇ ਦੀ ਟੇਬਲ ਉੱਤੇ ਸਾਰੇ ਲੋਕ ਹਾਸੀ ਮਜ਼ਾਕ ਕਰ ਰਹੇ ਸੀ। ਵਿਕਰਮ ਨੇ ਪੁੱਛਿਆ ਕਿ ਰਾਜਵੀਰ ਕਿੱਥੇ ਆ। ਜਦੋਂ ਦੇ ਮੈਂ ਆਇਆ ਉਹ ਮੈਨੂੰ ਨਜ਼ਰ ਨਹੀਂ ਆ ਰਿਹਾ। ਇਹ ਸੁਣ ਕੇ ਮੈਨੂੰ ਸਦਮਾ ਲੱਗਾ ਤੇ ਮੇਰੇ ਹੱਥ ਵਿੱਚੋਂ ਖਾਣੇ ਦੀ ਪਲੇਟ ਛੁੱਟ ਕੇ ਗਿਰ ਗਈ। ਮੈਨੂੰ ਦੇਖਦੇ ਵਿਕਰਮ ਦੀ ਭੈਣ ਬੋਲੀ, ਲੱਗਦਾ ਭਾਬੀ ਆਪਣੇ ਦਿਓਰ ਦਾ ਨਾਮ ਸੁਣ ਕੇ ਚੌਂਕ ਗਈ। ਵਿਕਰਮ ਦੀ ਮਾਂ ਕਹਿਣ ਲੱਗੀ ਕਿ ਬਸ ਵੀ ਕਰੋ ਰੀਮਾ, ਜਦੋਂ ਤੋਂ ਤੇਰੀ ਭਾਬੀ ਆਈ ਆ ਤੂੰ ਤਾਂ ਉਸਦੇ ਪਿੱਛੇ ਹੀ ਪੈ ਗਈ। ਉਹ ਕਹਿਣ ਲੱਗੀ ਕਿ ਮਾਂ ਮੈਂ ਤਾਂ ਸਿਰਫ ਮਜ਼ਾਕ ਕਰ ਰਹੀ ਸੀ। ਵਿਕਰਮ ਦੇ ਪਿਤਾ ਨੇ ਦੱਸਿਆ ਕਿ ਰਾਜਵੀਰ ਕੁਝ ਕੰਮ ਦੇ ਲਈ ਪਿੰਡ ਤੋਂ ਬਾਹਰ ਗਿਆ ਹੋਇਆ। ਉਸ ਦਾ ਵੀ ਵਿਆਹ ਹੋ ਗਿਆ। ਕੁਝ ਦਿਨਾਂ ਵਿੱਚ ਉਹ ਵਾਪਸ ਆ ਜਾਵੇਗਾ। ਆਪਣੀ ਪਤਨੀ ਨੂੰ ਵੀ ਨਾਲ ਹੀ ਲੈ ਕੇ ਗਿਆ ਹੈ ਤਾਂ ਜੋ ਉਸਦੀ ਥੋੜੀ ਜਿਹੀ ਸੈਰ ਹੋ ਜਾਵੇ। ਖਾਣਾ ਖਾਣ ਤੋਂ ਬਾਅਦ ਮੈਂ ਆਪਣੇ ਕਮਰੇ ਵਿੱਚ ਆ ਗਈ ਤੇ ਆਪਣੇ ਚਿਹਰੇ ਤੋਂ ਆਪਣਾ ਮਾਸਕ ਹਟਾ ਦਿੱਤਾ। ਆਪਣੇ ਆਪ ਨੂੰ ਮੈਂ ਸ਼ੀਸ਼ੇ ਵਿੱਚ ਦੇਖਣ ਲੱਗੀ। ਮੇਰੇ ਦਿਮਾਗ ਵਿੱਚ ਬਹੁਤ ਸਾਰੇ ਸਵਾਲ ਆ ਰਹੇ ਸੀ। ਮੇਰੇ ਅੰਦਰ ਅਜੀਬ ਜਿਹੀ ਬੇਚੈਨੀ ਹੋ ਰਹੀ ਸੀ। ਐਨੀ ਦੇਰ ਵਿੱਚ ਕਿਸੇ ਨੇ ਦਰਵਾਜ਼ਾ ਖੜਕਾਇਆ ਤੇ ਮੈਂ ਜਲਦੀ ਨਾਲ ਮਾਸਕ ਲਗਾ ਲਿਆ। ਦਰਵਾਜ਼ੇ ਉੱਤੇ ਵਿਕਰਮ ਸੀ। ਉਹ ਮੈਨੂੰ ਆਪਣੇ ਪਰਿਵਾਰ ਬਾਰੇ ਦੱਸਣ ਲੱਗੇ। ਆਪਣੇ ਪਰਿਵਾਰ ਨਾਲ ਮਿਲ ਕੇ ਮੈਨੂੰ ਬਹੁਤ ਖੁਸ਼ ਲੱਗ ਰਹੀ ਸੀ। ਪਤਾ ਨਹੀਂ ਮੇਰੀ ਕਿਸਮਤ ਵਿੱਚ ਅੱਗੇ ਕੀ ਲਿਖਿਆ ਸੀ। ਮੈਂ ਉਹਨਾਂ ਨੂੰ ਕੁਝ ਦੱਸ ਵੀ ਨਹੀਂ ਸੀ ਸਕਦੀ ਕਿਉਂਕਿ ਮੈਂ ਵਿਕਰਮ ਨੂੰ ਖੋਣ ਤੋਂ ਡਰਦੀ ਸੀ। ਮੈਂ ਸੋਚ ਰਹੀ ਸੀ ਕਿ ਵਿਕਰਮ ਸਭ ਜਾਣਨ ਤੋਂ ਬਾਅਦ ਕਿਤੇ ਮੈਨੂੰ ਛੱਡ ਤਾਂ ਨਹੀਂ ਦੇਣਗੇ। ਮੈਂ ਜ਼ਿਆਦਾਤਰ ਆਪਣੇ ਕਮਰੇ ਵਿੱਚ ਹੀ ਰਹਿੰਦੀ ਸੀ ਤੇ ਸਭ ਨੂੰ ਖੰਘ ਕੇ ਦਿਖਾਉਂਦੀ ਸੀ ਤਾਂ ਜੋ ਕੋਈ ਮੇਰਾ ਚਿਹਰਾ ਦੇਖਣ ਦੀ ਜਿੱਦ ਨਾ ਕਰੇ। ਰਾਜਵੀਰ ਵੀ ਅੱਜ ਵਾਪਸ ਆਉਣ ਵਾਲਾ ਸੀ। ਇਹੀ ਸੋਚ ਕੇ ਮੇਰਾ ਦਿਲ ਘਬਰਾ ਰਿਹਾ ਸੀ। ਮੈਂ ਸਦਮੇ ਵਿੱਚ ਸੀ। ਮੈਂ ਆਪਣੇ ਡਰਾਉਣੇ ਅਤੀਤ ਦੇ ਬਾਰੇ ਸੋਚ ਰਹੀ ਸੀ। ਮੈਂ ਦਿਲ ਹੀ ਦਿਲ ਵਿੱਚ ਉਲਝਣ ਵਿੱਚ ਪੈ ਰਹੀ ਸੀ। ਪਰ ਜਦੋਂ ਤੋਂ ਮੈਂ ਇਸ ਘਰ ਵਿੱਚ ਆਈ ਸੀ ਮੈਨੂੰ ਮੇਰੀ ਨਣਦ ਵਿਵਹਾਰ ਬਹੁਤ ਅਜੀਬ ਲੱਗ ਰਿਹਾ ਸੀ। ਉਹ ਹਮੇਸ਼ਾ ਹੀ ਮੈਨੂੰ ਕੁਝ ਨਾ ਕੁਝ ਕਹਿੰਦੀ ਰਹਿੰਦੀ ਸੀ ਤੇ ਫਿਰ ਮਜ਼ਾਕ ਦਾ ਬਹਾਨਾ ਬਣਾ ਲੈਂਦੀ। ਜਦੋਂ ਰਾਜਵੀਰ ਦੇ ਆਉਣ ਦਾ ਸਮਾਂ ਹੋਇਆ ਤਾਂ ਮੈਂ ਬੁਖਾਰ ਦਾ ਬਹਾਨਾ ਬਣਾ ਕੇ ਆਪਣੇ ਕਮਰੇ ਵਿੱਚ ਕੰਬਲ ਲੈ ਕੇ ਸੌਂ ਗਈ। ਸਾਰੇ ਲੋਕ ਬਹੁਤ ਖੁਸ਼ ਸੀ। ਰਾਜਵੀਰ ਤੇ ਉਸਦੀ ਪਤਨੀ ਘਰ ਆ ਗਏ ਸੀ। ਉਹ ਸਭ ਨੂੰ ਮਿਲੇ। ਵਿਕਰਮ ਨੇ ਉਸ ਨੂੰ ਮੇਰੇ ਬਾਰੇ ਦੱਸਿਆ ਤੇ ਉਹ ਉਸਦੀ ਪਤਨੀ ਮੇਰੇ ਕਮਰੇ ਵਿੱਚ ਆਏ ਪਰ ਮੈਂ ਕੰਬਲ ਲੈ ਕੇ ਪਈ ਸੀ ਤੇ ਸੌਣ ਦਾ ਨਾਟਕ ਕਰਨ ਲੱਗੀ। ਵਿਕਰਮ ਨੇ ਕਿਹਾ ਇਸ ਦੀ ਤਬੀਅਤ ਬਹੁਤ ਜ਼ਿਆਦਾ ਖਰਾਬ ਆ, ਕੱਲ੍ਹ ਹੀ ਮੈਂ ਇਸ ਨੂੰ ਡਾਕਟਰ ਕੋਲ ਲੈ ਕੇ ਜਾਵਾਂਗਾ। ਰਾਜਵੀਰ ਨੇ ਕਿਹਾ ਕਿ ਕੋਈ ਗੱਲ ਨਹੀਂ, ਤੁਸੀਂ ਭਾਬੀ ਨੂੰ ਆਰਾਮ ਕਰਨ ਦਿਓ, ਅਸੀਂ ਭਾਬੀ ਨੂੰ ਬਾਅਦ ਵਿੱਚ ਮਿਲ ਲਵਾਂਗੇ। ਜਿਵੇਂ ਤਿਵੇਂ ਮੈਂ ਆਪਣੇ ਚਿਹਰੇ ਉੱਤੇ ਮਾਸਕ ਲਗਾ ਕੇ ਇੱਥੇ ਰਹਿ ਰਹੀ ਸੀ ਪਰ ਰਾਜਵੀਰ ਦੇ ਸਾਹਮਣੇ ਆਉਣ ਤੋਂ ਮੈਨੂੰ ਡਰ ਲੱਗ ਰਿਹਾ ਸੀ। ਜਦੋਂ ਘਰ ਵਿੱਚ ਨਹੀਂ ਹੁੰਦਾ ਸੀ ਤਾਂ ਮੈਂ ਆਪਣਾ ਫੇਸ ਕਵਰ ਕਰਕੇ ਸਭ ਪਰਿਵਾਰ ਵਾਲਿਆਂ ਦੇ ਨਾਲ ਰਹਿੰਦੀ ਸੀ ਪਰ ਉਸ ਦੇ ਆਉਣ ਤੋਂ ਪਹਿਲਾਂ ਹੀ ਮੈਂ ਕਮਰੇ ਵਿੱਚ ਚਲੀ ਜਾਂਦੀ। ਇੱਕ ਦਿਨ ਮੈਂ ਆਪਣੇ ਕਮਰੇ ਵਿੱਚ ਬੈਠੀ ਆਪਣੀ ਜ਼ਿੰਦਗੀ ਦੇ ਖਤਰਨਾਕ ਅਤੀਤ ਬਾਰੇ ਸੋਚ ਰਹੀ ਸੀ ਤੇ ਦੂਸਰੀ ਤਰਫ ਮੈਂ ਸੋਚ ਰਹੀ ਸੀ ਤੇ ਰਾਜਵੀਰ ਦੀ ਪਤਨੀ ਕਿੰਨੀ ਖੂਬਸੂਰਤ ਆ ਤੇ ਆਦਤ ਦੀ ਵੀ ਬਹੁਤ ਚੰਗੀ ਆ। ਅਚਾਨਕ ਮੇਰੀ ਨਣਦ ਮੇਰੇ ਕਮਰੇ ਵਿੱਚ ਆ ਗਈ। ਮੈਂ ਜਲਦੀ ਨਾਲ ਆਪਣਾ ਚਿਹਰਾ ਛੁਪਾਇਆ ਤੇ ਖੰਘਣ ਲੱਗੀ। ਉਹ ਕਹਿਣ ਲੱਗੀ, ਤੁਹਾਨੂੰ ਡਰ ਹੈ? ਰਾਜਵੀਰ ਭਾਈ ਦੀ ਪਤਨੀ ਤੁਹਾਡੇ ਤੋਂ ਜ਼ਿਆਦਾ ਖੂਬਸੂਰਤ ਹੈ, ਇਸ ਲਈ ਸ਼ਾਇਦ ਤੁਸੀਂ ਆਪਣਾ ਚਿਹਰਾ ਨਹੀਂ ਦਿਖਾਉਂਦੇ। ਪਤਾ ਨਹੀਂ ਉਹ ਮੈਨੂੰ ਇਸ ਤਰੀਕੇ ਦੀਆਂ ਗੱਲਾਂ ਕਿਉਂ ਕਰਦੀ ਰਹਿੰਦੀ ਸੀ। ਮੈਂ ਉਸ ਨੂੰ ਕਿਹਾ ਕਿ ਨਹੀਂ, ਅਜਿਹੀ ਕੋਈ ਗੱਲ ਨਹੀਂ। ਕੁਝ ਦਿਨਾਂ ਵਿੱਚ ਮੇਰੀ ਦਵਾਈ ਦਾ ਕੋਰਸ ਕੰਪਲੀਟ ਹੋ ਜਾਵੇਗਾ ਤੇ ਮੇਰੀ ਐਲਰਜੀ ਖਤਮ ਹੋ ਜਾਵੇਗੀ। ਫਿਰ ਮੈਂ ਆਪਣਾ ਫੇਸ ਕਵਰ ਕਰਨਾ ਬੰਦ ਕਰ ਦੇਵਾਂਗੀ। ਫਿਲਹਾਲ ਤਾਂ ਮੈਂ ਉਸ ਨੂੰ ਇਹ ਗੱਲ ਕਹਿ ਕੇ ਟਾਲ ਦਿੱਤਾ ਪਰ ਉਸ ਦੀ ਗੱਲ ਨੇ ਮੈਨੂੰ ਸੋਚਾਂ ਵਿੱਚ ਪਾ ਦਿੱਤਾ। ਮੈਂ ਸੋਚ ਰਹੀ ਸੀ ਕਿ ਉਸ ਨੂੰ ਮੇਰੀ ਸੱਚਾਈ ਦਾ ਪਤਾ ਤਾਂ ਨਹੀਂ ਚੱਲ ਗਈ। ਐਨੇ ਵਿੱਚ ਵਿਕਰਮ ਆ ਗਏ ਤੇ ਮੈਨੂੰ ਪੁੱਛਣ ਲੱਗੇ, ਤੇਰੀ ਤਬੀਅਤ ਕਿਵੇਂ ਆ? ਮੈਂ ਕਿਹਾ ਹੁਣ ਠੀਕ ਆ, ਬਸ ਕੁਝ ਦਿਨਾਂ ਦੀ ਗੱਲ ਆ, ਫਿਰ ਮੇਰੀ ਐਲਰਜੀ ਠੀਕ ਹੋ ਜਾਵੇਗੀ। ਉਹ ਮੈਨੂੰ ਬਹੁਤ ਜ਼ਿਆਦਾ ਮੁਹੱਬਤ ਕਰਦੇ ਸੀ, ਇਸ ਲਈ ਮੇਰੀ ਹਰ ਗੱਲ ਅੱਖ ਬੰਦ ਕਰਕੇ ਮੰਨ ਲੈਂਦੇ ਸੀ। ਇੱਕ ਦਿਨ ਵਿਕਰਮ ਮੈਨੂੰ ਕਹਿਣ ਲੱਗੇ, ਰਾਜਵੀਰ ਮੈਨੂੰ ਸ਼ਿਕਾਇਤ ਕਰ ਰਿਹਾ ਸੀ ਕਿ ਤੂੰ ਬਹੁਤ ਅਜੀਬ ਹੈ, ਆਪਣੀ ਪਤਨੀ ਨੂੰ ਆਪਣੇ ਭਾਈ ਨਾਲ ਹੁਣ ਤੱਕ ਨਹੀਂ ਮਿਲਵਾਇਆ। ਉਹਨਾਂ ਦੀ ਗੱਲ ਸੁਣ ਕੇ ਤਾਂ ਮੈਂ ਹੋਰ ਜ਼ਿਆਦਾ ਡਰਨ ਲੱਗੀ ਸੀ। ਮੈਂ ਭੂਆ ਦਾ ਨੰਬਰ ਮਿਲਾਇਆ ਪਰ ਉਹਨਾਂ ਦਾ ਨੰਬਰ ਨਹੀਂ ਲੱਗ ਰਿਹਾ ਸੀ ਤੇ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਸੀ। ਮੇਰੇ ਅਤੀਤ ਦਾ ਐਵੇਂ ਅਚਾਨਕ ਮੇਰੇ ਸਾਹਮਣੇ ਆ ਜਾਣਾ ਕਿਸਮਤ ਦਾ ਕਿਹੜਾ ਖੇਡ ਸੀ, ਮੇਰੀ ਸਮਝ ਵਿੱਚ ਨਹੀਂ ਆ ਰਿਹਾ ਸੀ।
ਮੈਂ ਪਰਿਵਾਰ ਵਾਲਿਆਂ ਤੋਂ ਵੀ ਛੁਪ ਕੇ ਰਹਿ ਰਹੀ ਸੀ। ਰਾਜਵੀਰ ਦੇ ਸਾਹਮਣੇ ਆਉਣ ਬਾਰੇ ਸੋਚ ਕੇ ਤਾਂ ਭੱਜ ਜਾਂਦੀ ਸੀ। ਮੇਰਾ ਦਿਲ ਜ਼ੋਰ ਨਾਲ ਧੜਕਣ ਲੱਗਦਾ ਸੀ। ਉਦੋਂ ਕੀ ਹੋਵੇਗਾ ਨਹੀਂ ਜਾਣਦੀ ਸੀ। ਕਿਸਮਤ ਨੇ ਕਿਉਂ ਮੈਨੂੰ ਫਿਰ ਇੱਥੇ ਲਿਆ ਕੇ ਇਸ ਘਰ ਵਿੱਚ ਖੜਾ ਕਰ ਦਿੱਤਾ। ਦੂਸਰੀ ਤਰਫ ਮੇਰੀ ਨਣਦ ਰੀਮਾ ਮੇਰੇ ਪਿੱਛੇ ਹੀ ਪੈ ਗਈ ਸੀ। ਮੈਨੂੰ ਅਜੀਬੋ-ਗਰੀਬ ਸਵਾਲ ਕਰਦੀ ਰਹਿੰਦੀ। ਉਹ ਮੇਰੀ ਸੱਚਾਈ ਸਭ ਦੇ ਸਾਹਮਣੇ ਲਿਆਉਣਾ ਚਾਹੁੰਦੀ ਸੀ, ਜਾਂ ਫਿਰ ਮੇਰੇ ਬਾਰੇ ਸਭ ਕੁਝ ਜਾਣਦੀ ਸੀ, ਜਾਂ ਜਾਣ ਬੁੱਝ ਕੇ ਮੈਨੂੰ ਪਰੇਸ਼ਾਨ ਕਰਦੀ ਸੀ। ਇੱਕ ਦਿਨ ਰਾਜਵੀਰ ਨੇ ਮੇਰੇ ਕਮਰੇ ਦਾ ਦਰਵਾਜ਼ਾ ਖੜਕਾਇਆ। ਮੈਨੂੰ ਕਹਿਣ ਲੱਗਿਆ, ਭਾਬੀ ਮੈਂ ਅੰਦਰ ਆ ਜਾਵਾਂ। ਮੈਂ ਇੱਕਦਮ ਘਬਰਾ ਗਈ ਤੇ ਸੋਚਣ ਲੱਗੀ ਕਿ ਪਤਾ ਨਹੀਂ ਹੁਣ ਮੇਰੇ ਨਾਲ ਕੀ ਹੋਣ ਵਾਲਾ ਹੈ। ਮੈਨੂੰ ਪਸੀਨੇ ਆਉਣ ਲੱਗੇ ਤੇ ਮੈਂ ਜਲਦੀ ਨਾਲ ਪਿੱਛੇ ਦੇ ਦਰਵਾਜ਼ੇ ਤੋਂ ਬਾਹਰ ਆ ਗਈ। ਮੈਂ ਵਿਕਰਮ ਨੂੰ ਫੋਨ ਕਰਕੇ ਕਹਿ ਦਿੱਤਾ ਕਿ ਮੈਂ ਡਾਕਟਰ ਕੋਲ ਆਈ ਹਾਂ। ਅੱਜ ਤਾਂ ਜਿਵੇਂ ਤਿਵੇਂ ਕਰਕੇ ਮੈਂ ਖੁਦ ਨੂੰ ਬਚਾ ਲਿਆ ਸੀ। ਹੁਣ ਮੈਨੂੰ ਕਿਵੇਂ ਵੀ ਕਰਕੇ ਇਸ ਘਰ ਤੋਂ ਦੂਰ ਜਾਣਾ ਸੀ। ਅਜਿਹਾ ਲੱਗ ਰਿਹਾ ਸੀ ਕਿ ਜਿਵੇਂ ਮੇਰਾ ਅਤੀਤ ਮੇਰੀ ਆਉਣ ਵਾਲੀ ਜ਼ਿੰਦਗੀ ਦਾ ਹਿੱਸਾ ਬਣਨ ਵਾਲਾ ਹੈ। ਹੁਣ ਮੈਂ ਗੁੰਮਸੁੰਮ ਤੇ ਚੁੱਪਚਾਪ ਰਹਿਣ ਲੱਗੀ ਸੀ। ਮੈਂ ਵਿਕਰਮ ਨੂੰ ਕਹਿੰਦੀ ਸੀ ਕਿ ਪਲੀਜ਼ ਇੱਥੋਂ ਵਾਪਸ ਚੱਲੀਏ। ਇੱਥੇ ਮੇਰਾ ਦਮ ਘੁੱਟਣ ਲੱਗਾ ਹੈ। ਇੱਥੇ ਮੇਰੀ ਤਬੀਅਤ ਠੀਕ ਨਹੀਂ ਰਹਿੰਦੀ। ਇੱਥੇ ਮੈਨੂੰ ਬਹੁਤ ਜ਼ਿਆਦਾ ਬੇਚੈਨੀ ਹੁੰਦੀ ਆ। ਮੇਰੇ ਦਿਲ ਨਹੀਂ ਲੱਗਦਾ ਇੱਥੇ। ਮੈਂ ਬਹੁਤ ਜ਼ਿਆਦਾ ਪਰੇਸ਼ਾਨ ਰਹਿੰਦੀ ਹਾਂ। ਵਿਕਰਮ ਇਹ ਦੇਖ ਕੇ ਘਬਰਾ ਗਿਆ ਤੇ ਸਾਲਾਂ ਬਾਅਦ ਕਿਵੇਂ ਮੈਂ ਆਪਣੇ ਹੋਸ਼ ਖੋ ਬੈਠੀ ਸੀ। ਮੈਂ ਬਹੁਤ ਮੁਸ਼ਕਿਲ ਨਾਲ ਆਪਣੇ ਆਪ ਨੂੰ ਸੰਭਾਲ ਰਹੀ ਸੀ। ਇੱਕ ਦਿਨ ਅਚਾਨਕ ਮੇਰੇ ਸਾਹਮਣੇ ਰਾਜਵੀਰ ਆ ਗਿਆ। ਉਹ ਮੈਨੂੰ ਦੇਖਦੇ ਹੀ ਘੂਰਨ ਲੱਗਾ ਤੇ ਪਰ ਮੈਂ ਆਪਣੇ ਫੇਸ ਕਵਰ ਕੀਤਾ ਹੋਇਆ ਸੀ। ਕੁਝ ਦੇਰ ਤੱਕ ਤਾਂ ਉਹ ਮੈਨੂੰ ਐਵੇਂ ਹੀ ਦੇਖਦਾ ਰਿਹਾ। ਫਿਰ ਉਸਨੇ ਮੇਰੀ ਤਬੀਅਤ ਬਾਰੇ ਪੁੱਛਿਆ। ਮੈਂ ਬਸ ਹਾਂ ਵਿੱਚ ਸਿਰ ਹਿਲਾ ਦਿੱਤਾ ਤਾਂ ਉਹ ਉੱਥੋਂ ਬਿਨਾਂ ਕੁਝ ਕਹੇ ਚਲਾ ਗਿਆ। ਮੈਂ ਜਲਦੀ ਨਾਲ ਆਪਣਾ ਸਮਾਨ ਪੈਕ ਕੀਤਾ ਤੇ ਵਿਕਰਮ ਨੂੰ ਬਿਨਾਂ ਕੁਝ ਦੱਸੇ ਉੱਥੋਂ ਜਾਣ ਲੱਗੀ। ਜਿਵੇਂ ਹੀ ਮੈਂ ਦਰਵਾਜ਼ੇ 'ਤੇ ਪਹੁੰਚੀ ਤਾਂ ਮੇਰੀ ਨਣਦ ਮੇਰਾ ਹੱਥ ਫੜ ਕੇ ਮੈਨੂੰ ਘਰ ਦੇ ਅੰਦਰ ਲੈ ਆਈ। ਮੈਂ ਨਜ਼ਰਾਂ 'ਤੇ ਸਿਰ ਝੁਕਾਈ ਖੜੀ ਸੀ। ਘਰ ਦੇ ਬਾਕੀ ਲੋਕ ਵੀ ਉੱਥੇ ਹੀ ਸੀ। ਅਜਿਹਾ ਲੱਗ ਰਿਹਾ ਸੀ ਜਿਵੇਂ ਮੈਂ ਇੱਕ ਮੁਜਰਿਮ ਹਾਂ। ਰੀਮਾ ਕਹਿਣ ਲੱਗੀ, ਮੇਰੇ ਦੋਵੇਂ ਭਾਈਆਂ ਦੀ ਇੱਕ ਹੀ ਦੁਲਹਨ। ਇਸ ਦੀ ਵਜ੍ਹਾ ਕੀ ਸੀ? ਇਹ ਜਾਣ ਕੇ ਤੁਹਾਡੇ ਹੋਸ਼ ਉੱਡ ਜਾਣਗੇ। ਉਸ ਦੀ ਗੱਲ ਸੁਣ ਕੇ ਮੈਂ ਚੀਕ ਪਈ ਤੇ ਕਹਿਣ ਲੱਗੀ ਕਿ ਨਹੀਂ, ਅਜਿਹਾ ਕੁਝ ਨਹੀਂ ਆ। ਇਹ ਝੂਠ ਬੋਲ ਰਹੀ ਆ। ਵਿਕਰਮ ਨੇ ਮੇਰੇ ਮੂੰਹ 'ਤੇ ਥੱਪੜ ਮਾਰਿਆ ਤੇ ਮੈਂ ਰੋਣ ਲੱਗੀ। ਮੈਂ ਕਿਸਮਤ ਦੇ ਹੱਥੋਂ ਮਜਬੂਰ ਸੀ ਕਿਉਂਕਿ ਮੇਰਾ ਸੱਚ ਸਭ ਦੇ ਸਾਹਮਣੇ ਆਉਣ ਵਾਲਾ ਸੀ। ਵਿਕਰਮ ਨੇ ਕਿਹਾ, ਇਹ ਕੀ ਕਹਿ ਰਹੀ ਆ? ਆਖਿਰ ਸੱਚ ਕੀ ਹੈ? ਇਸ ਦੀ ਗੱਲ ਦਾ ਕੀ ਮਤਲਬ ਆ? ਮੈਂ ਜ਼ੋਰ-ਜ਼ੋਰ ਨਾਲ ਰੋਣ ਲੱਗੀ ਤੇ ਮੈਂ ਆਪਣੇ ਚਿਹਰੇ ਤੋਂ ਮਾਸਕ ਹਟਾ ਦਿੱਤਾ। ਮੈਂ ਰਾਜਵੀਰ ਦੀ ਤਰਫ ਦੇਖਣ ਲੱਗੀ। ਮੈਂ ਸੋਚ ਰਹੀ ਸੀ ਕਿ ਰਾਜਵੀਰ ਮੇਰੀ ਸਫਾਈ ਵਿੱਚ ਸਭ ਕੁਝ ਸੱਚ ਦੱਸੇਗਾ, ਪਰ ਉਸ ਦੀਆਂ ਝੁਕੀਆਂ ਨਜ਼ਰਾਂ ਦੇਖ ਕੇ ਮੈਂ ਸਮਝ ਗਈ ਸੀ, ਕਿਉਂਕਿ ਉਸ ਦਾ ਝੁਕਿਆ ਸਿਰ ਤੇ ਝੁਕੀਆਂ ਹੋਈਆਂ ਨਜ਼ਰਾਂ ਇਸ ਗੱਲ ਨੂੰ ਬਿਆਨ ਕਰ ਰਹੀਆਂ ਸੀ ਕਿ ਮੇਰਾ ਹੀ ਕਸੂਰ ਆ। ਮੈਂ ਵਿਕਰਮ ਨੂੰ ਕਿਹਾ ਕਿ ਮੈਂ ਇਸ ਸਭ ਦੀ ਇਕੱਲੀ ਜ਼ਿੰਮੇਵਾਰ ਨਹੀਂ ਆ। ਉਹ ਕਹਿਣ ਲੱਗਾ ਕਿ ਤੇਰਾ ਮਤਲਬ ਕੀ ਆ? ਇਹ ਸਭ ਕੀ ਕਹਿ ਰਹੀ ਆ? ਆਖਿਰ ਇਹ ਸਭ ਕੁਝ ਚੱਲ ਕੀ ਰਿਹਾ? ਕੋਈ ਮੈਨੂੰ ਸੱਚ ਦੱਸੇਗਾ? ਇਹ ਇੱਕਦਮ ਗੁੱਸੇ ਵਿੱਚ ਚੀਕ ਪਏ ਤੇ ਜ਼ੋਰ-ਜ਼ੋਰ ਦੀ ਰੋਣ ਲੱਗੀ ਤੇ ਸਭ ਦੇ ਅੱਗੇ ਹੱਥ ਜੋੜ ਕੇ ਕਹਿਣ ਲੱਗੀ, ਪਲੀਜ਼ ਤੁਸੀਂ ਮੇਰੇ ਵਿਆਹ ਨੂੰ ਬਚਾ ਲਵੋ। ਮੇਰੀ ਗਲਤੀ ਸਿਰਫ ਇੰਨੀ ਹੀ ਆ ਕਿ ਮੈਂ ਆਪਣੇ ਅਤੀਤ ਨੂੰ ਭੁੱਲ ਕੇ ਅੱਗੇ ਜ਼ਿੰਦਗੀ ਵਿੱਚ ਕਦਮ ਰੱਖਿਆ ਤੇ ਵਿਕਰਮ ਨਾਲ ਵਿਆਹ ਕਰ ਲਿਆ। ਮੈਨੂੰ ਰੋਂਦੀ ਵਿਲਕਦੀ ਦੇਖ ਕੇ ਮੇਰੀ ਸੱਸ ਨੂੰ ਮੇਰੇ 'ਤੇ ਤਰਸ ਆ ਗਿਆ। ਉਹ ਮੇਰੇ ਕੋਲ ਆਈ ਤੇ ਮੈਨੂੰ ਗਲੇ ਲਗਾ ਕੇ ਦਿਲਾਸਾ ਦੇਣ ਲੱਗੀ ਤੇ ਵਿਕਰਮ ਨੂੰ ਮੇਰੀ ਸੱਸ ਸੱਚ ਦੱਸਣ ਲੱਗੀ ਤੇ ਕਹਿਣ ਲੱਗੀ ਕਿ ਇਹ ਕੁੜੀ ਸੱਚ ਕਹਿ ਰਹੀ ਆ। ਸਾਲਾਂ ਪਹਿਲਾਂ ਜਦੋਂ ਅਸੀਂ ਤੈਨੂੰ ਸ਼ਹਿਰ ਭੇਜ ਦਿੱਤਾ ਸੀ, ਇਸ ਪਿੰਡ ਵਿੱਚ ਇੱਕ ਅਜੀਬ ਜਿਹਾ ਦਸਤੂਰ ਸੀ। ਮਾਤਾ ਪਿਤਾ ਆਪਣੇ ਬੱਚਿਆਂ ਦੇ ਬਚਪਨ ਵਿੱਚ ਹੀ ਵਿਆਹ ਕਰ ਦਿੰਦੇ ਸੀ। ਖਾਸ ਕਰਕੇ ਕੁੜੀਆਂ ਦੇ ਮਾਤਾ ਪਿਤਾ ਆਪਣੇ ਸਿਰ ਤੋਂ ਬੋਝ ਨੂੰ ਘੱਟ ਕਰਨ ਲਈ ਆਪਣੀ ਬੇਟੀ ਦਾ ਵਿਆਹ ਬਚਪਨ ਵਿੱਚ ਕਰ ਦਿੰਦੇ ਸੀ। ਇਸ ਲੜਕੀ ਦਾ ਤੇ ਰਾਜਵੀਰ ਦਾ ਬਚਪਨ ਵਿੱਚ ਹੀ ਵਿਆਹ ਕਰ ਦਿੱਤਾ ਗਿਆ ਸੀ। ਪਰ ਜਦੋਂ ਬੱਚੇ ਜਵਾਨ ਹੁੰਦੇ ਨੇ ਤਾਂ ਉਹ ਇਸ ਬਚਪਨ ਦੇ ਵਿਆਹ ਨੂੰ ਮੰਨਣ ਤੋਂ ਇਨਕਾਰ ਕਰ ਦਿੰਦੇ ਨੇ। ਜੇ ਉਹਨਾਂ ਦੇ ਮਾਤਾ ਪਿਤਾ ਉਹਨਾਂ ਨਾਲ ਜ਼ੋਰ ਜ਼ਬਰਦਸਤੀ ਕਰਦੇ ਨੇ ਤਾਂ ਉਹ ਤੰਗ ਆ ਕੇ ਘਰ ਛੱਡ ਕੇ ਚਲੇ ਜਾਂਦੇ ਸੀ ਜਾਂ ਫਿਰ ਆਪਣੀ ਪਤਨੀ ਨੂੰ ਤਲਾਕ ਦੇ ਦਿੰਦੇ ਸੀ। ਉਹ ਦੱਸਣ ਲੱਗੀ ਕਿ ਇਸੇ ਤਰ੍ਹਾਂ ਰਾਜਵੀਰ ਤੇ ਰੋਮਾ ਦੇ ਨਾਲ ਵੀ ਕਿਸਮਤ ਨੇ ਖੇਲ ਖੇਲਿਆ। ਇਹਨਾਂ ਦਾ ਵੀ ਬਚਪਨ ਬਰਬਾਦ ਹੋ ਗਿਆ।
ਪਰ ਰਾਜਵੀਰ ਨੇ ਘਰੋਂ ਤੋਂ ਭੱਜ ਕੇ ਆਪਣੀ ਪਸੰਦ ਦੀ ਕੁੜੀ ਨਾਲ ਵਿਆਹ ਕਰ ਲਿਆ। ਇਹ ਵਿਚਾਰੀ ਕਿਸਮਤ ਦੀ ਮਾਰੀ ਰਾਜਵੀਰ ਦਾ ਇੰਤਜ਼ਾਰ ਕਰਦੀ ਰਹੀ। ਪਿੰਡ ਵਾਲਿਆਂ ਨੇ ਇਸ ਨੂੰ ਤਾਨੇ ਦੇ ਦੇ ਕੇ ਇਸ ਦਾ ਜੀਣਾ ਹਰਾਮ ਕਰ ਰੱਖਿਆ ਸੀ। ਇੱਥੋਂ ਤੱਕ ਕਿ ਇਸ ਦੇ ਖੁਦ ਦੇ ਘਰ ਵਾਲਿਆਂ ਨੇ, ਰਿਸ਼ਤੇਦਾਰਾਂ ਨੇ ਵੀ ਇਸ ਦਾ ਸਾਥ ਨਹੀਂ ਦਿੱਤਾ। ਇਹ ਇੱਥੇ ਸਾਡੇ ਘਰ ਆ ਗਈ, ਪਰ ਅਸੀਂ ਇੱਥੇ ਵੀ ਇਸ ਨੂੰ ਚੈਨ ਨਾਲ ਨਹੀਂ ਸੀ ਰਹਿਣ ਦਿੱਤਾ। ਕੁਝ ਦਿਨਾਂ ਬਾਅਦ ਰਾਜਵੀਰ ਨੇ ਇਸ ਨੂੰ ਭੁਲਾ ਦਿੱਤਾ ਤੇ ਕਹਿਣ ਲੱਗਾ, ਮੇਰਾ ਇਸ ਨਾਲ ਕੋਈ ਰਿਸ਼ਤਾ ਨਹੀਂ ਆ ਤੇ ਅਸੀਂ ਇਸ ਲੜਕੀ ਨੂੰ ਇੱਥੋਂ ਧੱਕੇ ਦੇ ਕੇ ਕੱਢ ਦਿੱਤਾ। ਇਹ ਵਿਚਾਰੀ ਦਰ-ਦਰ ਦੀਆਂ ਠੋਕਰਾਂ ਖਾਂਦੀ ਰਹੀ। ਫਿਰ ਮੈਂ ਵਿਕਰਮ ਨੂੰ ਅੱਗੇ ਸੱਚ ਦੱਸਿਆ। ਇਸ ਤੋਂ ਬਾਅਦ ਮੇਰੀ ਮਾਂ ਨੇ ਮੈਨੂੰ ਭੂਆ ਦੇ ਕੋਲ ਸ਼ਹਿਰ ਭੇਜ ਦਿੱਤਾ। ਮੈਨੂੰ ਆਪਣੀ ਕਸਮ ਦਿੱਤੀ ਕਿ ਮੈਂ ਆਪਣੇ ਅਤੀਤ ਨੂੰ ਭੁੱਲ ਕੇ ਆਪਣੀ ਜ਼ਿੰਦਗੀ ਵਿੱਚ ਅੱਗੇ ਵੱਧ ਜਾਵਾਂ ਤੇ ਕਦੇ ਵੀ ਸੱਚ ਨੂੰ ਕਿਸੇ ਦੇ ਸਾਹਮਣੇ ਨਹੀਂ ਦੱਸਾਂਗੀ। ਵਿਕਰਮ ਕਹਿਣ ਲੱਗੇ ਕਿ ਇੰਨਾ ਵੱਡਾ ਸੱਚ ਤੂੰ ਮੇਰੇ ਤੋਂ ਛੁਪਾਇਆ। ਇਹ ਸਾਰੇ ਲੋਕ ਤੇਰੇ ਗੁਨਾਹਗਾਰ ਨੇ, ਪਰ ਤੂੰ ਮੇਰੀ ਗੁਨਾਹਗਾਰ ਆ। ਮੈਂ ਤੈਨੂੰ ਸੱਚੀ ਮੁਹੱਬਤ ਕੀਤੀ ਤੇ ਤੂੰ ਮੈਨੂੰ ਕੁਝ ਵੀ ਦੱਸਣਾ ਜ਼ਰੂਰੀ ਨਹੀਂ ਸਮਝਿਆ। ਹੋਰ ਤਾਂ ਹੋਰ ਤੂੰ ਮੇਰੇ ਭਾਈ ਦੀ ਪਹਿਲੀ ਪਤਨੀ ਆ। ਇਹ ਸਭ ਕੁਝ ਜਾਣ ਕੇ ਤੂੰ ਕਿਵੇਂ ਮੇਰੇ ਨਾਲ ਰਹਿ ਸਕਦੀ ਸੀ? ਤੂੰ ਆਪਣੇ ਨਾਲ ਮੈਨੂੰ ਵੀ ਪਾਪ ਦਾ ਭਾਗੀਦਾਰ ਬਣਾ ਲਿਆ। ਜਦੋਂ ਤੇਰਾ ਪਹਿਲਾ ਵਿਆਹ ਹੋ ਗਿਆ ਸੀ ਤਾਂ ਤੂੰ ਮੇਰੇ ਨਾਲ ਵਿਆਹ ਕਿਵੇਂ ਕਰ ਸਕਦੀ ਸੀ? ਇਹ ਸੁਣ ਕੇ ਮੈਂ ਰਾਜਵੀਰ ਦੀ ਤਰਫ ਦੇਖਿਆ। ਉਹ ਹੈਰਾਨ ਹੋ ਗਿਆ ਤੇ ਘਬਰਾ ਗਿਆ। ਮੇਰੇ ਤੇ ਰਾਜਵੀਰ ਤੋਂ ਇਲਾਵਾ ਰੀਮਾ ਵੀ ਇਹ ਸਾਰਾ ਸੱਚ ਜਾਣਦੀ ਸੀ। ਰੀਮਾ ਨੂੰ ਘੂਰ ਕੇ ਦੇਖਿਆ। ਇੰਨੀ ਦੇਰ ਵਿੱਚ ਰਾਜਵੀਰ ਦੀ ਪਤਨੀ ਨੇ ਉਸ ਦੇ ਜ਼ੋਰਦਾਰ ਥੱਪੜ ਮਾਰਿਆ ਤੇ ਕਹਿਣ ਲੱਗੀ, ਇਹ ਸਭ ਕੁਝ ਕੀ ਚੱਲ ਰਿਹਾ? ਤੂੰ ਮੈਨੂੰ ਧੋਖਾ ਦਿੱਤਾ, ਧੋਖੇ ਨਾਲ ਤੂੰ ਮੇਰੇ ਨਾਲ ਵਿਆਹ ਕੀਤਾ। ਹੁਣ ਮੈਂ ਤੈਨੂੰ ਡਿਵੋਰਸ ਦੇ ਦੇਵਾਂਗੀ। ਰੀਮਾ ਰੋਣ ਲੱਗੀ ਤੇ ਕਹਿਣ ਲੱਗੀ, ਸਾਰੀ ਗਲਤੀ ਮੇਰੀ ਆ। ਮੈਂ ਸ਼ੁਰੂ ਤੋਂ ਹੀ ਭਾਬੀ ਦਾ ਚਿਹਰਾ ਦੇਖ ਲਿਆ ਸੀ ਤੇ ਉਸ ਨੂੰ ਪਹਿਚਾਣ ਲਿਆ ਸੀ, ਪਰ ਮੈਂ ਉਹਨਾਂ ਦਾ ਸੱਚ ਘਰ ਵਾਲਿਆਂ ਦੇ ਸਾਹਮਣੇ ਲਿਆ ਕੇ ਉਹਨਾਂ ਤੋਂ ਬਦਲਾ ਲੈਣਾ ਚਾਹੁੰਦੀ ਸੀ। ਮੈਂ ਰੀਮਾ ਨੂੰ ਦੇਖਣ ਲੱਗੀ ਤੇ ਸੋਚਣ ਲੱਗੀ ਕਿ ਪਤਾ ਨਹੀਂ ਇਹ ਕਿਹੜਾ ਸੱਚ ਦੱਸਣ ਵਾਲੀ ਆ। ਕਹਿਣ ਲੱਗੀ ਕਿ ਰੀਮਾ ਦਾ ਭਾਈ ਤੇ ਮੈਂ ਇੱਕ ਦੂਜੇ ਨੂੰ ਮੁਹੱਬਤ ਕਰਦੇ ਸੀ ਤੇ ਵਿਆਹ ਕਰਨਾ ਚਾਹੁੰਦੇ ਸੀ, ਪਰ ਰਾਜਵੀਰ ਤੇ ਰੀਮਾ ਦੇ ਵਿਆਹ ਨੇ ਸਭ ਕੁਝ ਬਰਬਾਦ ਕਰਕੇ ਰੱਖ ਦਿੱਤਾ। ਇਹਨਾਂ ਦੋਵਾਂ ਦੀ ਵਜ੍ਹਾ ਕਰਕੇ ਸਾਡਾ ਵਿਆਹ ਨਹੀਂ ਹੋ ਸਕਿਆ। ਉਸੇ ਸਮੇਂ ਮੈਂ ਸੋਚ ਲਿਆ ਸੀ ਕਿ ਮੈਂ ਇਸ ਤੋਂ ਬਦਲਾ ਲੈ ਕੇ ਰਹਾਂਗੀ। ਜਦੋਂ ਮੈਂ ਪਹਿਲੀ ਵਾਰ ਇਸ ਨੂੰ ਦੇਖਿਆ ਤਾਂ ਮੇਰੇ ਦਿਲ ਵਿੱਚ ਸਾਲਾਂ ਪੁਰਾਣੀ ਨਫ਼ਰਤ ਜਾਗ ਗਈ। ਤਾਂ ਮੈਂ ਸੋਚ ਲਿਆ ਕਿ ਮੈਂ ਇਸ ਤੋਂ ਬਦਲਾ ਲੈ ਕੇ ਰਹਾਂਗੀ, ਪਰ ਮੇਰੀ ਇੱਕ ਗਲਤੀ ਨਾਲ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਬਰਬਾਦ ਹੋ ਜਾਵੇਗੀ। ਪਲੀਜ਼ ਤੁਸੀਂ ਸਾਰੇ ਲੋਕ ਮੈਨੂੰ ਮਾफ़ ਕਰ ਦੇਵੋ। ਉਹ ਰਾਜਵੀਰ ਉੱਤੇ ਚਲਾਉਣ ਲੱਗੀ ਤੇ ਉਸ ਨੂੰ ਕਹਿਣ ਲੱਗੀ, ਤੇ ਰਾਜਵੀਰ ਸੱਚ ਦੱਸੋ, ਤੇਰੀ ਤੇ ਵਿਕਰਮ ਦੀ ਨਹੀਂ ਤਾਂ ਇਹਨਾਂ ਦੋਨਾਂ ਮਾਸੂਮ ਕੁੜੀਆਂ ਦੀ ਜ਼ਿੰਦਗੀ ਬਰਬਾਦ ਹੋ ਜਾਵੇਗੀ। ਸਭ ਕੁਝ ਬਰਬਾਦ ਹੋ ਜਾਵੇਗਾ। ਮੇਰੀ ਨਜ਼ਰ ਰਾਜਵੀਰ ਉੱਤੇ ਜਮੀ ਹੋਈ ਸੀ। ਉਸ ਦੇ ਮਾਤਾ ਪਿਤਾ ਵੀ ਬਹੁਤ ਜ਼ਿਆਦਾ ਸ਼ਰਮਿੰਦਾ ਸੀ। ਰਾਜਵੀਰ ਦੀ ਪਤਨੀ ਵੀ ਉਸ ਨੂੰ ਫੜ ਕੇ ਝੰਜੋੜ ਰਹੀ ਸੀ। ਇੰਨੀ ਦੇਰ ਵਿੱਚ ਮੈਂ ਚੱਕਰ ਖਾ ਕੇ ਜ਼ਮੀਨ ਤੇ ਗਿਰ ਗਈ ਤੇ ਬੇਹੋਸ਼ ਹੋ ਗਈ। ਕੁਝ ਦੇਰ ਬਾਅਦ ਮੈਨੂੰ ਹੋਸ਼ ਆਇਆ ਤਾਂ ਮੈਨੂੰ ਡਾਕਟਰ ਦੀ ਆਵਾਜ਼ ਆਈ। ਉਹ ਸਭ ਨੂੰ ਦੱਸ ਰਹੀ ਸੀ ਕਿ ਤੁਸੀਂ ਸਾਰੇ ਇਸ ਦਾ ਬਹੁਤ ਖਿਆਲ ਰੱਖੋ, ਇਹ ਪ੍ਰੈਗਨੈਂਟ ਹੈ। ਮੇਰੀ ਅੱਖ ਖੁੱਲੀ। ਇਹ ਸੁਣ ਕੇ ਮੇਰੀ ਹਾਲਤ ਹੋਰ ਜ਼ਿਆਦਾ ਖਰਾਬ ਹੋ ਗਈ। ਰੀਮਾ ਤੇ ਵਿਕਰਮ ਦੀ ਮਾਂ ਮੈਨੂੰ ਸੰਭਾਲਣ ਲੱਗੀਆਂ ਤੇ ਵਿਕਰਮ ਵੀ ਆਪਣਾ ਸਿਰ ਫੜ ਕੇ ਬੈਠ ਗਏ। ਐਵੇਂ ਲੱਗ ਰਿਹਾ ਸੀ ਜਿਵੇਂ ਕਿਆਮਤ ਟੁੱਟ ਗਈ ਹੋਵੇ। ਇੱਕ ਹੀ ਲੜਕੀ ਦੋ ਭਾਈਆਂ ਦੀ ਪਤਨੀ ਕਿਵੇਂ ਹੋ ਸਕਦੀ ਆ? ਵਿਕਰਮ ਮੇਰੇ ਅੱਗੇ ਹੱਥ ਜੋੜ ਕੇ ਕਹਿਣ ਲੱਗੇ, ਪਲੀਜ਼ ਮੈਨੂੰ ਅੱਗੇ ਦਾ ਸੱਚ ਦੱਸੋ, ਕੀ ਹੈ? ਉਦੋਂ ਹੀ ਰੀਮਾ ਕਹਿਣ ਲੱਗੀ ਕਿ ਵਿਕਰਮ ਭਾਈ ਰਾਜਵੀਰ ਦਾ ਗੁਨਾਹਗਾਰ ਹੈ। ਇਸੇ ਨੇ ਹੀ ਇਸ ਦੇ ਨਾਲ ਇਹ ਸਭ ਕੁਝ ਕੀਤਾ ਤੇ ਹੁਣ ਚੁੱਪਚਾਪ ਖੜਾ ਹੈ। ਵਿਕਰਮ ਨੇ ਗੁੱਸੇ ਵਿੱਚ ਰਾਜਵੀਰ ਦੇ ਜ਼ੋਰਦਾਰ ਥੱਪੜ ਮਾਰਿਆ। ਰਾਜਵੀਰ ਜ਼ਮੀਨ ਤੇ ਗਿਰ ਗਿਆ। ਵਿਕਰਮ ਦੇ ਪੈਰ ਫੜ ਕੇ ਮਾफ़ੀ ਮੰਗਣ ਲੱਗਿਆ ਤੇ ਕਹਿਣ ਲੱਗਿਆ, ਮੈਂ ਹੀ ਰੋਮਾ ਦਾ ਗੁਨਾਹਗਾਰ ਹਾਂ। ਉਸ ਨੇ ਦੱਸਿਆ ਕਿ ਸਾਲਾਂ ਪਹਿਲਾਂ ਜਦੋਂ ਮੈਂ ਆਪਣਾ ਦੂਸਰਾ ਵਿਆਹ ਕਰਨ ਦਾ ਸੋਚਿਆ ਸੀ, ਉਸੇ ਸਮੇਂ ਮੈਂ ਇਸ ਨੂੰ ਡਿਵੋਰਸ ਦੇ ਪੇਪਰ ਭਿਜਵਾ ਦਿੱਤੇ ਸੀ। ਹੁਣ ਇਹ ਮੇਰੀ ਪਤਨੀ ਨਹੀਂ ਆ, ਇਹ ਤੁਹਾਡੀ ਪਤਨੀ ਆ ਤੇ ਇਹ ਬੱਚਾ ਵੀ ਤੁਹਾਡਾ ਹੈ। ਬਸ ਕਿਸਮਤ ਨੇ ਸਾਡੇ ਨਾਲ ਇਹ ਖੇਲ ਖੇਲਿਆ। ਰਾਜਵੀਰ ਨੇ ਮੈਨੂੰ ਤੇ ਰੋਮਾ ਨੂੰ ਇਸ ਪਾਪ ਤੋਂ ਬਚਾ ਲਿਆ। ਰਾਜਵੀਰ ਨੇ ਮੇਰੇ ਤੋਂ ਵੀ ਮੇਰੇ ਪੈਰ ਫੜ ਕੇ ਮਾफ़ੀ ਮੰਗੀ। ਉਸ ਦੇ ਮਾਤਾ ਪਿਤਾ ਨੇ ਵੀ ਆਪਣੀ ਗਲਤੀ ਦਾ ਅਹਿਸਾਸ ਕਰਕੇ ਮੇਰੇ ਤੋਂ ਮਾफ़ੀ ਮੰਗੀ। ਮੈਂ ਰੋ ਰਹੀ ਸੀ। ਵਿਕਰਮ ਦੇ ਦਿਲ ਵਿੱਚ ਵੀ ਮੇਰੇ ਲਈ ਮੁਹੱਬਤ ਜਾਗ ਪਈ।
ਉਹ ਵੀ ਜਾਣ ਚੁੱਕਿਆ ਸੀ ਕਿ ਇਹ ਸਭ ਕੁਝ ਮੇਰੀ ਕੋਈ ਗਲਤੀ ਨਹੀਂ ਆ। ਮੈਂ ਤਾਂ ਸਿਰਫ ਆਪਣੀ ਮਾਂ ਦੀ ਕਸਮ ਦੀ ਖਾਤਰ ਸਭ ਕੁਝ ਛੁਪਾ ਰਹੀ ਸੀ ਤੇ ਮੇਰੇ ਤੇ ਰਾਜਵੀਰ ਦਾ ਹੁਣ ਕੋਈ ਵੀ ਰਿਸ਼ਤਾ ਬਾਕੀ ਨਹੀਂ ਰਿਹਾ ਸੀ। ਸਾਲਾਂ ਪਹਿਲਾਂ ਹੀ ਮੇਰਾ ਤੇ ਰਾਜਵੀਰ ਦਾ ਡਿਵੋਰਸ ਹੋ ਚੁੱਕਿਆ ਸੀ। ਮੈਂ ਵੀ ਸਭ ਨੂੰ ਮਾफ़ ਕਰਕੇ ਆਪਣਾ ਦਿਲ ਸਾਫ਼ ਕਰ ਲਿਆ ਤੇ ਰਾਜਵੀਰ ਨੇ ਆਪਣੀ ਪਤਨੀ ਤੋਂ ਮਾफ़ੀ ਮੰਗੀ। ਹੁਣ ਅਸੀਂ ਸਾਰੇ ਆਪਣੀ ਜ਼ਿੰਦਗੀ ਵਿੱਚ ਬਹੁਤ ਖੁਸ਼ ਸੀ। ਕੁਝ ਮਹੀਨਿਆਂ ਬਾਅਦ ਅਸੀਂ ਸਾਰੇ ਲੋਕ ਸ਼ਹਿਰ ਆ ਗਏ। ਹੁਣ ਅਸੀਂ ਸਾਰੇ ਹੱਸੀ ਖੁਸ਼ੀ ਰਹਿਣ ਲੱਗੇ ਸੀ। ਮੈਂ ਇੱਕ ਬੇਟੀ ਨੂੰ ਜਨਮ ਦਿੱਤਾ ਤੇ ਰਾਜਵੀਰ ਦੇ ਘਰ ਵਿੱਚ ਇੱਕ ਬੇਟਾ ਪੈਦਾ ਹੋਇਆ। ਰਾਜਵੀਰ ਦੇ ਮਾਤਾ-ਪਿਤਾ ਨੂੰ ਆਪਣੀਆਂ ਗਲਤੀਆਂ ਦਾ ਬਹੁਤ ਜ਼ਿਆਦਾ ਅਹਿਸਾਸ ਸੀ। ਇਸ ਲਈ ਉਹਨਾਂ ਨੇ ਸੋਚਿਆ ਕਿ ਉਹ ਆਪਣੇ ਪੋਤਾ-ਪੋਤੀ ਨੂੰ ਪੜ੍ਹਾ ਲਿਖਾ ਕੇ ਪਿੰਡ ਦੇ ਰੀਤੀ ਰਿਵਾਜਾਂ ਤੋਂ ਦੂਰ ਹੀ ਰੱਖਣਗੇ। ਹੋ ਸਕੇ ਤਾਂ ਪਿੰਡ ਦੇ ਇਸ ਰੀਤੀ ਰਿਵਾਜਾਂ ਨੂੰ ਖਤਮ ਕਰ ਦੇਣਗੇ ਤਾਂ ਜੋ ਆਉਣ ਵਾਲੀ ਜ਼ਿੰਦਗੀਆਂ ਬਰਬਾਦ ਨਾ ਹੋ ਸਕਣ। ਅਜਿਹਾ ਹੀ ਹੋਇਆ। ਵਿਕਰਮ ਨੇ ਆਪਣੇ ਪਿੰਡ ਜਾ ਕੇ ਸਭ ਨੂੰ ਸਮਝਾਇਆ ਤੇ ਇਸ ਰਿਵਾਜ ਨੂੰ ਖਤਮ ਕਰ ਦਿੱਤਾ। ਆਉਣ ਵਾਲੀਆਂ ਨਸਲਾਂ ਦੀ ਜ਼ਿੰਦਗੀ ਨੂੰ ਤਬਾਹ ਹੋਣ ਤੋਂ ਬਚਾ ਲਿਆ। ਪਿੰਡ ਵਾਲਿਆਂ ਦੀ ਸੋਚ ਬਦਲ ਕੇ ਉਹਨਾਂ ਨੂੰ ਆਪਣੇ ਬੱਚਿਆਂ ਦੀ ਪੜ੍ਹਾਈ ਲਿਖਾਈ 'ਤੇ ਧਿਆਨ ਦੇਣ ਨੂੰ ਕਿਹਾ। ਜਦੋਂ ਸਾਡੇ ਬੱਚੇ ਵੱਡੇ ਹੋਏ ਤਾਂ ਅਸੀਂ ਆਪਣੇ ਬੇਟੇ ਬੇਟੀ ਨੂੰ ਦੇਸ਼ ਤੋਂ ਬਾਹਰ ਪੜ੍ਹਨ ਲਈ ਭੇਜ ਦਿੱਤਾ। ਪੁਰਾਣੇ ਤੇ ਪਛੜੀ ਸੋਚ ਦੇ ਰਿਵਾਜ ਇਨਸਾਨ ਦੀ ਜ਼ਿੰਦਗੀ ਨੂੰ ਬਰਬਾਦ ਕਰਕੇ ਰੱਖ ਦਿੰਦੇ ਨੇ। ਅਸੀਂ ਆਪਣਾ ਅਤੀਤ ਕਿੰਨਾ ਵੀ ਭੁੱਲਣਾ ਚਾਹੀਏ, ਇੱਕ ਦਿਨ ਸਾਡੇ ਸਾਹਮਣੇ ਆ ਹੀ ਜਾਂਦਾ ਹੈ, ਪਰ ਕਿਸਮਤ ਦਾ ਲਿਖਿਆ ਕੋਈ ਨਹੀਂ ਬਦਲ ਸਕਦਾ। ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਕਹਾਣੀ ਪਸੰਦ ਆਈ ਹੋਵੇਗੀ। ਜੇ ਹਾਂ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਤੇ ਪੰਜਾਬੀ ਆਵਾਜ਼ ਕਹਾਣੀਆਂ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।